ਹੁਣ तो अगला 1 घंटा तुहाडे नाल चर्चा करांगे पंजाब दे विच जिहड़ी वोटिंग हुई है और वोटिंग भी जिहड़ी पिछले कई सालां तो जिहड़ी लगातार पहलां दी वोटिंग सीगी उस दी प्रतिशतता दे मुकाबलन घट हुई वोटिंग की इशारे कर रही है। आखिर यह किहदी बेड़ी च वट्टे पाऊगी ते किहड़ी बेड़ी बन्ने लाऊगी। ਜਿਹੜਾ ਇਹਦੇ ਵਿੱਚ ਡੇਰਾ ਫੈਕਟਰ ਹੈ ਉਹਨੇ ਕਿੰਨਾ ਕੁ ਆਪਣਾ ਅਸਰ ਵਿਖਾਇਆ ਹੈ। ਉਸ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਜਿਹੜੀ ਵੋਟ ਘੱਟ ਹੋਈ ਹੈ ਉਹ ਕਿਸ ਤੇ ਡੈਂਟ ਕਰੇਗੀ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਪਿੰਡੂ ਹਲਕਿਆਂ ਦੇ ਵਿੱਚ ਜਿਹੜੀ ਵੋਟਿੰਗ ਹੋਈ ਹੈ ਉਹ ਕਿਸ ਵੱਲ ਇਸ਼ਾਰਾ ਕਰ ਰਹੀ ਹੈ। ਇਸ 1 ਘੰਟੇ ਦੇ ਵਿੱਚ ਚਰਚਾ ਕਰਾਂਗੇ। ਪੰਜਾਬ 'ਚ ਵੋਟਿੰਗ ਤੋਂ ਬਾਅਦ ਸਾਰੀਆਂ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਨੇ ਪਰ ਵੱਡਾ ਸਵਾਲ ਇਹੀ ਹੈ ਕਿ ਇਹਨਾਂ ਦੇ ਦਾਅਵਿਆਂ 'ਚ ਦਮ ਕਿੰਨਾ ਨਿਕਲੂਗਾ। ਅੱਜ ਅਸੀਂ ਇਸੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਵੋਟਿੰਗ ਪੰਜਾਬ ਦੀ ਜਨਤਾ ਦੇ ਵੋਟਿੰਗ ਮੀਟਰ ਨੂੰ ਜਾਣਨਾ ਜ਼ਰੂਰੀ ਹੈ। ਪੰਜਾਬ ਕਿਸੇ ਵੀ ਪਾਰਟੀ ਲਈ ਗੇਮ ਚੇਂਜਰ ਸਾਬਿਤ ਹੋਣ ਵਾਲੇ ਸਭ ਤੋਂ ਵੱਡੇ ਮਾਲਵੇ ਦੇ ਜ਼ੋਨ ਨੇ ਸਭ ਤੋਂ ਵੱਧ ਵੋਟਿੰਗ ਕੀਤੀ ਹੈ। ਵੋਟਿੰਗ ਤੋਂ ਬਾਅਦ ਗੇਮ ਚੇਂਜਰ ਮਾਲਵੇ 'ਚ ਬੰਪਰ ਵੋਟਿੰਗ ਹੋਈ ਹੈ। 69.33% ਵੋਟਾਂ ਪਈਆਂ ਨੇ ਜਦੋਂ ਕਿ ਮਾਝੇ ਦੇ ਵਿੱਚ ਘੱਟ ਨੇ। ਮਾਝੇ ਦੇ ਵਿੱਚ ਘੱਟ ਨੇ 67.92% ਵੋਟਾਂ ਪਈਆਂ ਨੇ। ਦੁਆਬੇ ਦੀ ਵੋਟਿੰਗ ਉਸ ਤੋਂ ਵੀ ਘੱਟ ਹੈ, ਉੱਥੇ 67.57% ਨੇ। ਮਾਲਵੇ ਦੇ ਵਿੱਚ ਭਲੇ ਵੋਟਾਂ ਵੱਧ ਪਈਆਂ ਨੇ ਪਰ ਪਿਛਲੀ ਵਾਰ ਦੇ ਨਾਲੋਂ ਵੋਟਾਂ ਘੱਟ ਹੀ ਹੈ। ਪਿਛਲੀ ਵਾਰ ਦੇ ਨਾਲੋਂ ਇਹ ਫੀਸਦ ਘੱਟ ਹੈ। हालांकि 2022 च मालवे च माझे अते दुआबे दे मुकाबले वोटिंग वध हुई है पर पिछली वार दे मुकाबले मालवे च तकरीबन 11% घट सी। मालवे दे अंदर 81.1% 2017 दे विच वोटिंग हुई सी, 2022 दे विच 69.33 हुई है। भले दी इस कहण तो भाव इस वार भावें दी वध हुई है पर जेकर 2017 के आंकड़े देखते हैं उस मुकाबलन घट है। और जेकर दुआबे की गल करते हैं दुआबे च पिछली वार के मुकाबले 6% वोटिंग घट हुई है। दुआबे दे विच पिछली वार के आंकड़े 73.73 यानी कि 74% के नेड़े जाती है सूई और 2000 जी 17 के आंकड़े तुहानूं दिखा रहे हैं और 2022 ਦੇ ਵਿੱਚ 67.57% है और माझे ਦੇ ਵਿੱਚ भी 6% वोटिंग 2017 ਦੇ ਮੁਕਾਬਲਨ ਘਟੀ ਹੈ। 73% ਸੀਗੀ 2017 ਦੇ ਵਿੱਚ। ਇੱਥੋਂ ਕਾਂਗਰਸ ਨੂੰ ਇੱਕ ਵੱਡਾ ਜਿਹੜਾ ਬੂਸਟ ਮਿਲਿਆ ਸੀ ਔਰ ਕਾਂਗਰਸ ਜਿਹੜੀ ਹੈ ਕੰਟਰੀ ਦੇ ਵਿੱਚ ਵੀ ਰਿਵਾਈਵਲ ਪੰਜਾਬ ਤੋਂ ਹੀ ਇੱਕ ਬਣਦੀ ਹੋਈ ਮੰਨੀ ਜਾ ਰਹੀ ਸੀ ਤੇ 2022 ਦੇ ਵਿੱਚ ਮਾਝੇ 'ਚ ਘਟ ਕੇ 67.92 ਯਾਨੀ ਕਿ 68% ਵੋਟਿੰਗ 6% 2017 ਦੇ ਮੁਕਾਬਲੇ ਘਟ ਗਈ ਹੈ। ਸੋ ਗ੍ਰਾਫਿਕਲੀ ਤੁਹਾਨੂੰ ਸਮਝਾ ਰਹੇ ਹਾਂ ਕਿ ਪਹਿਲਾਂ ਦੇ ਨਾਲੋਂ ਵੋਟਿੰਗ ਘੱਟ ਹੈ ਪਰ ਇਸ ਮੁਕਾਬਲੇ ਜਿਹੜੀ ਮਾਲਵੇ ਦੇ ਵਿੱਚ ਹੋਈ ਵੋਟਿੰਗ ਹੈ ਇਹ ਜਿਹੜੀ ਵੋਟਿੰਗ ਦੁਆਬੇ ਤੇ ਮਾਝੇ ਦੇ ਨਾਲੋਂ ਜ਼ਿਆਦਾ ਹੈ ਪਰ ਓਵਰਆਲ ਜਿਹੜੀ ਘੱਟ ਹੋਈ ਹੈ ਇਹ ਕਿੱਧਰ ਇਸ਼ਾਰੇ ਕਰ ਰਹੀ ਹੈ। ਸੋ ਦੁਆਬਾ ਮਾਲਵਾ ਮਾਝਾ ਇਹ ਉਹ 3 ਖੇਤਰ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਮਾਲਵੇ ਦੇ ਵਿੱਚ 69.33% ਵੋਟਿੰਗ ਹੋਈ ਹੈ ਔਰ ਜਦੋਂ ਕਿ ਪਿਛਲੀ ਵਾਰ 81.1% ਸੀ। ਸੋ ਵੱਖ-ਵੱਖ ਥਾਵਾਂ ਤੋਂ ਸਾਡੇ ਪੱਤਰਕਾਰ ਜੁੜ ਰਹੇ ਆ। ਪਰਮਵੀਰ ਔਲਖ ਅੰਮ੍ਰਿਤਸਰ ਤੋਂ ਨੇ, ਗੁਰਪ੍ਰੀਤ ਚੰਡੀਗੜ੍ਹ ਤੋਂ ਨੇ ਔਰ ਸੰਮਤ ਵੀ ਸਾਡੇ ਨਾਲ ਚੰਡੀਗੜ੍ਹ ਤੋਂ ਨੇ। ਸਭ ਤੋਂ ਪਹਿਲਾਂ ਰੁੱਖ ਜਿਹੜਾ ਹੈ ਉਹ ਚੰਡੀਗੜ੍ਹ ਦਾ ਕਰਾਂਗੇ। ਗੁਰਪ੍ਰੀਤ ਸਾਡੇ ਨਾਲ ਬਣੇ ਆ। ਗੁਰਪ੍ਰੀਤ ਓਵਰਆਲ ਜੇਕਰ ਆਪਾਂ ਗੱਲ ਕਰਦੇ ਹਾਂ ਵੋਟ ਘੱਟ ਪਈ ਹੈ, ਪਿੰਡੂ ਹਲਕਿਆਂ ਦੇ ਵਿੱਚ ਵੋਟ ਵੱਧ ਪਈ ਹੈ ਔਰ ਸ਼ਹਿਰੀ ਖੇਤਰਾਂ ਦੇ ਵਿੱਚ ਆਮ ਵਾਂਗ ਪਹਿਲਾਂ ਵਾਂਗ ਘੱਟ ਪਈ ਹੈ ਪਰ ਪਿਛਲੀ ਵਾਰ ਦੇ ਮੁਕਾਬਲਨ ਵੋਟ ਘੱਟ ਪੈਣੀ, ਉਤਸ਼ਾਹ ਵੱਧ ਹੋਣਾ ਪਰ ਵੋਟ ਘੱਟ ਭੁਗਤਣੀ, ਡੈਂਟ ਕਿਹਨੂੰ ਤੇ ਫਾਇਦਾ ਕਿਹਨੂੰ?
ਗੁਰਪ੍ਰੀਤ, ਮਾਫੀ ਚਾਹਾਂਗੇ ਤੁਹਾਡੀ ਆਵਾਜ਼ ਸਾਡੇ ਤੀਕਰ ਨਹੀਂ ਪਹੁੰਚ ਰਹੀ ਹੈ, ਤਾਂ ਇੱਕ ਵਾਰੀ ਮੈਂ ਜ਼ਰੂਰ ਟੀਮ ਨੂੰ ਕਹੂੰਗਾ ਕਿ ਆਵਾਜ਼ ਦੇਖਣ। ਪਰਮਵੀਰ ਦਾ ਰੁਖ ਕਰਾਂਗੇ। ਪਰਮਵੀਰ, ਮਾਝਾ 2017 ਦੇ ਵਿੱਚ ਕਾਂਗਰਸ ਦੇ ਲਈ ਵੱਡਾ ਗੇਮ ਚੇਂਜਰ ਸਾਬਿਤ ਹੋਇਆ ਸੀ। ਮਾਝੇ ਦੇ ਵਿੱਚ VOTING ਘੱਟ ਹੁੰਦੀ ਹੈ, ਖਾਸ ਕਰਕੇ ਕੁਝ ਹਲਕੇ ਇਹ ਜਿਹੇ ਹੈ ਜਿਹੜੇ VIP ਸੀਟ ਦੇ ਵਿੱਚੋਂ ਗਿਣੇ ਜਾਂਦੇ ਸੀ, ਉਹਨਾਂ ਦੇ ਵਿੱਚ ਹੋਰ ਵੀ ਘੱਟ ਹੋਣੀ ਮਤਲਬ ਕੀ ਸਮਝੀਏ? बिल्कुल नवजोत, बिल्कुल तुसी सही कहा कि माझे इस बार जी वोटिंग है बहुत घट हुई है। जेकर असी दूजे मुकाबले कहिए यानी कि मालवे के मुकाबले जां दुआबे के मुकाबले, पर जेकर असी इत्थों की गल करिए माझे की, तो एक बार माझा गेम चेंजर होया सीगा किते ना किते कांग्रेस वास्ते, क्योंकि क्लीन स्वीप किया सीगा कांग्रेस ने। पर इस बार जिहड़ा है कुछ दिक्कतां आईयां सीगियां, वो मैं जरूर तुहाडे नाल साझीआं करनियां चाहांगा दर्शकां दे नाल नवजोत तुहाडे नाल, कि इत्थे कई लोग मोबाइल लैके जाना चाहुंदे सीगे, यानी कि अपने घरों मोबाइल लैके आए सीगे, ते ओह जदों बूथ दे बाहर पहुंचदे ने ਤਾਂ ਜਿਹੜੀ BSF ਹੁੰਦੀ ਹੈ, ਜਿਵੇਂ ਉਹਨਾਂ ਨੂੰ ਇਨਸਟਰਕਸ਼ਨ ਹੁੰਦੀ ਹੈ, ਉਹ ਅੰਦਰ ਹੀ ਨਹੀਂ ਜਾਣ ਦਿੰਦੇ। ਉਹਨਾਂ ਨੂੰ ਕਹਿੰਦੇ ਨੇ ਆਪਣਾ ਮੋਬਾਈਲ ਜਿਹੜਾ ਆ ਤੁਸੀਂ ਕਿਤੇ ਜਮ੍ਹਾਂ ਕਰਾ ਕੇ ਆਓ, ਫਿਰ ਤੁਸੀਂ ਅੰਦਰ ਜਾਓਗੇ। ਅੱਧਿਓਂ ਜ਼ਿਆਦਾ ਲੋਕਾਂ ਦੀ ਇਹੀ ਸੀਗੀ, ਲੋਕ ਘਰੋਂ ਆਏ ਵੋਟ ਪਾਉਣ, ਪਰ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਤਾਂ ਲੋਕ ਵਾਪਸ ਚਲੇ ਗਏ। ਇੱਕ ਮੁੱਦਾ ਇਹ ਅੰਮ੍ਰਿਤਸਰ 'ਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਕਿ ਲੋਕ ਆਏ ਵੋਟ ਵਾਪਸ ਪਾਉਣ ਚਲੇ ਗਏ, ਕਿਉਂਕਿ ਲੋਕ ਆਏ ਸੀਗੇ ਵੋਟ ਪਾਉਣ ਵਾਸਤੇ, ਕਿਸੇ ਲੀਡਰ ਨੂੰ ਚੁਣਨ ਵਾਸਤੇ। ਜਦੋਂ ਉਹਨਾਂ ਨੂੰ ਵੋਟ ਪਾਉਣ ਨਹੀਂ ਦਿੱਤੀ ਤਾਂ ਉਹ ਅੱਕ ਹਾਰ ਕੇ ਫਿਰ ਵਾਪਸ ਚਲੇ ਗਏ। क्योंकि अजकल नवजोत टाइम उन्ना किसी को होंदा कि विचों टाइम कढ़ के जाके नौकरियां पेशियां वाले बंदे ने। परम ਇਹ ਜਿਹੜੀ ਖੱਜਲ ਖੁਆਰੀ ਲੋਕਾਂ ਨਾਲ ਲੋਕਤੰਤਰ ਦੇ ਵਿੱਚ ਹੋਈ ਹੈ, ਇਹ ਆਰਗੇਨਾਈਜ਼ਡ ਸੀ ਜਾਂ ਫਿਰ ਇਹ ਚਾਣਚੱਕ ਜਿਹੜਾ ਮੌਕੇ ਦੇ ਉੱਤੇ ਅਧਿਕਾਰੀਆਂ ਦੇ ਵੱਲੋਂ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਰਹੀਆਂ ਕੋਈ ਗੁੰਜਾਇਸ਼ਾਂ ਜਾਂ ਉਹਨਾਂ ਦੇ ਵੱਲੋਂ ਲਾਪਰਵਾਹੀਆਂ ਸੀ? बिल्कुल असी कह सकते हैं कि लापरवाही कह सकते हैं, इत्थे इलैक्शन कमीशन की कह सकते हैं, अमृतसर DC की कह सकते हैं, प्रशासन की कह सकते हैं। क्यों? क्योंकि जेकर मोबाइल फोन तुसीं देखिया होना, जेकर असी मोबाइल फोन करते हैं किसी नूं तां आउंदा रहा कि तुसीं अपनी वोट का इस्तेमाल करो, वो लेडी या जेंट्स जिहड़ा सीगा वो बोलदा सीगा। हालांकि जेकर वो बुलवाउंदे सीगे उहदे विच इह भी बुलवा सकते सीगे कि इंस्ट्रक्शन की ने, कि जेकर कोई वोटर कितने जाता है वोट पाने वास्ते, उहदे वास्ते इंस्ट्रक्शन की ने कि वह अपना मोबाइल लैके जा सकता है, कि वह मास्क पा के जा सकता है। सो इहो जिहियां इंस्ट्रक्शन, जेकर मोबाइल लैके जाना अंदर नहीं अलाउ सीगा, कोई कैबिन बनाया जा सकता सीगा जिथे कि लोगों का मोबाइल रखवा सकें, क्योंकि लोग खज्जल होंदे ने सरकारी कामां 'च। तुसीं देखिया कि लगातार लोग खज्जल होंदे ने, चाहे कोई भी डॉकूमेंट लेना होवे। सो यही खज्जल खुआरी किते ना किते वोटां वाले दिन देखण नूं मिली है, जिस तो लोग परेशान हो गए कि असीं वोट पा के की लैणा है, नहीं पैंदी तां ना पवे, साडे ते किहड़ा कोई एलीगेशन लगा है। सो घरों वोट पाउण वास्ते गए, ਜਦੋਂ ਉਹਨਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ ਉਹ ਵਾਪਸ ਆਪਣੇ ਘਰਾਂ ਨੂੰ ਪਰਤ ਆਏ। ਯਾਨੀ ਕਿ ਖੱਜਲ ਖੁਆਰੀ, ਇੱਕ ਨਿਰਾਸ਼ਾ ਜਿਹੜੀ ਹੈ ਉਹ ਫਿਰ ਵੋਟਰਾਂ ਨੂੰ ਦੇਖਣ ਨੂੰ ਮਿਲੀ। ਦੂਜਾ ਪੱਖ ਅਸੀਂ ਜਾਣ ਲੈਂਦੇ ਹਾਂ। ਦੂਜਾ ਪੱਖ ਇਹ ਹੈ, ਰੁਝਾਨ ਵੀ ਲੋਕਾਂ ਦਾ ਨਵਜੋਤ ਘਟਦਾ ਜਾ ਰਿਹਾ ਹੈ। ਸਰਕਾਰਾਂ ਤੋਂ ਜਿਹੜੇ ਸਰਕਾਰ ਵਾਅਦੇ ਕਰਦੀ ਹੈ ਉਸ ਤੋਂ ਜਿਹੜੇ ਮੁਨਕਰ ਹੋ ਜਾਂਦੀ ਹੈ ਬਾਅਦ ਸਰਕਾਰ। ਕੋਈ ਵੀ ਸਰਕਾਰ ਹੈ, ਮੈਂ ਇੱਕ ਸਰਕਾਰ ਦਾ ਨਾਮ ਨਹੀਂ ਲੈ ਰਿਹਾ, ਮੈਂ ਹਰ ਇੱਕ ਪਾਰਟੀ ਦਾ ਨਾਮ ਲੈ ਰਿਹਾ। ਵੱਡੇ ਵੱਡੇ ਲੀਡਰ ਆਉਂਦੇ ਨੇ, ਦਾਅਵੇ ਕਰਦੇ ਨੇ, ਲੋਕ ਕਿਤੇ ਨਾ ਕਿਤੇ ਸੁਚੇਤ ਹੋ ਚੁੱਕੇ ਨੇ ਕਿ ਅਸੀਂ ਲੀਡਰ ਚੁਣਨੇ ਹੀ ਨਹੀਂ। ਕਈ ਲੋਕਾਂ ਦੀ ਸੋਚ, ਕਿਉਂਕਿ ਅਸੀਂ ਲਗਾਤਾਰ ਗਰਾਊਂਡ ਤੇ ਕਵਰੇਜ ਕੀਤੀ ਹੈ, ਕਈ ਲੋਕਾਂ ਦੀ ਸੋਚ ਤੇ ਮਾਨਸਿਕਤਾ ਇਹੋ ਜੀ ਸੀਗੀ ਅਸੀਂ ਯਾਰ ਵੋਟ ਪਾਉਂਦੇ ਨਹੀਂ, ਕਿਉਂਕਿ ਸਾਨੂੰ ਵਿਸ਼ਵਾਸ ਰਿਹਾ ਨਹੀਂ ਕਿਸੇ ਲੀਡਰ ਤੇ। ਅਸੀਂ ਨੌਕਰੀਆਂ ਬੇਹੱਦਾਂ, ਅਸੀਂ ਜਾ ਕੇ ਦਿਹਾੜੀ ਧੱਪਾ ਕਰ ਰਹੇ ਹਾਂ, ਇੰਨੇ ਪੜ੍ਹੇ ਲਿਖੇ ਹਾਂ, 10-10 ਹਜ਼ਾਰ ਦੀ ਨੌਕਰੀ ਕਰ ਰਹੇ ਹਾਂ, ਅਸੀਂ ਕਿਸੇ ਲੀਡਰ ਨੇ ਸਾਡੀ ਬਾਂਹ ਨਹੀਂ ਫੜੀ, ਕਿਸੇ ਕਰੋਨਾ ਕਾਲ ਦੇ ਵਿੱਚ ਸਾਡੀ ਨੌਕਰੀ ਚਲੀ ਗਈ। ਸੋ ਇਹੋ ਜੀ ਕਈ ਲੋਕਾਂ ਦੀ ਮਾਨਸਿਕਤਾ ਸੀਗੀ। ਇਹ ਵੀ ਗ੍ਰਾਫ ਅਸੀਂ ਕਹਿ ਸਕਦੇ ਕਿ ਇਸ ਕਰਕੇ ਵੀ ਘਟ ਗਿਆ, ਕਿਉਂਕਿ ਕਈ ਲੀਡਰ ਦਾਅਵੇ ਕਰਦੇ ਨੇ, ਵਾਅਦੇ ਕਰਦੇ ਨੇ। ਬਿਲਕੁਲ ਪਰਮ ਪੱਖ ਬਹੁਤ ਸਾਰੇ ਨੇ, ਕਈ ਪੱਖ ਨੇ, ਉਹਨਾਂ ਪੱਖਾਂ ਨੂੰ ਅਸੀਂ ਸਮਝਣ ਦੀ, ਆਪਣੇ ਦਰਸ਼ਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਲਗਾਤਾਰ ਬਣੇ ਰਹੋ। ਸੰਮਤ ਬਣੇ ਆ, ਸੰਮਤ ਸਾਡੇ ਨਾਲ ਚੰਡੀਗੜ੍ਹ ਤੋਂ ਜੁੜਿਆ। ਸੰਮਤ, ਤੁਸੀਂ ਕਾਦੀਆਂ ਹਲਕੇ ਦੇ ਵਿੱਚ ਗਏ, ਬਟਾਲੇ ਹਲਕੇ ਦੇ ਵਿੱਚ ਗਏ, ਹੋਰ ਕਾਫੀ ਹਲਕੇ ਤੁਸੀਂ ਦੇਖਦੇ ਰਹੇ ਨੇੜੇ ਤੋਂ। ਬਹੁਤ ਦਮਗੱਜੇ ਮਾਰੇ ਜਾ ਰਹੇ ਸੀਗੇ, ਖਾਸ ਕਰਕੇ ਕੁਝ ਇੱਕ ਦੋ ਧਿਰਾਂ ਦੇ ਵੱਲੋਂ, ਤੇ ਉਹ ਧਿਰਾਂ ਹੁਣ ਚੁੱਪ ਨਜ਼ਰ ਆ ਰਹੀਆਂ ਨੇ। ਉਹ ਧਿਰਾਂ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਬਹੁਤ ਘੱਟ ਆਧਾਰ ਮੰਨਿਆ ਜਾ ਰਿਹਾ ਹੈ, ਤੇ ਉਹ ਨਵੇਂ ਸਮੀਕਰਨ ਬਣਾਉਂਦੇ ਹੋਏ ਨਵੇਂ ਗੱਠਜੋੜ ਬਣਨ ਦੀਆਂ ਸੰਭਾਵਨਾਵਾਂ ਦੇ ਰਹੇ ਆ। ਆਖਰ ਲੱਗ ਕੀ ਰਿਹਾ ਹੈ? ਘੱਟ ਪਈ ਵੋਟ ਕਿਸ ਨੂੰ ਕਰ ਰਹੀ ਹੈ ਚੋਟ? ਔਰ ਦੂਸਰੀ ਗੱਲ ਇਹ ਕਿ ਜਿਹੜੇ ਇਸ ਵਾਰੀ ਪਿਛੜ ਗਏ ਸੀ ਜਾਂ ਗੱਠਜੋੜ ਤੋਂ ਬਾਹਰ ਹੋ ਗਏ ਸੀ, ਐਤਕੀ ਨਵਾਂ ਗੱਠਜੋੜ ਬਣਾ ਕੇ ਕਿਤੇ ਉਹੀ ਤਾਂ ਨਹੀਂ ਸਰਕਾਰ ਬਣਾ ਰਹੇ?
ਬਿਲਕੁਲ ਨਵਜੋਤ, ਜੇਕਰ ਗੱਲ ਕੀਤੀ ਜਾਵੇ ਦੁਆਬਾ ਸ਼ਹਿਰ ਦੀ, ਦੁਆਬਾ ਹਲਕੇ ਦੀ, ਦੁਆਬੇ ਹਲਕੇ ਦੇ ਵਿੱਚ 23 ਵਿਧਾਨ ਸਭਾ ਹਲਕੇ ਆਉਂਦੇ ਨੇ। 23 ਵਿਧਾਨ ਸਭਾ ਹਲਕੇ ਦੇ ਇਹਨਾਂ 23 ਵਿਧਾਨ ਸਭਾ ਹਲਕਿਆਂ ਨੂੰ ਇੱਕ ਦਲਿਤ ਵੋਟ ਬੈਂਕ ਹੱਬ ਮੰਨਿਆ ਜਾਂਦਾ ਹੈ, ਦਲਿਤ ਵੋਟ ਬੈਂਕਿੰਗ ਦਾ। ਤਾਂ ਕਿਤੇ ਨਾ ਕਿਤੇ ਇਸ ਵਾਰ ਜੇਕਰ ਦੁਆਬੇ ਦੀ ਗੱਲ ਕੀਤੀ ਜਾਵੇ ਤਾਂ 67% ਦੀ ਜਿਹੜੀ ਵੋਟ ਪੋਲ ਹੋਈ ਹੈ। ਤੇ ਜੇਕਰ ਇਸ ਤੋਂ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਨਵਜੋਤ, ਗੱਲ 2012 ਦੀ ਕਰਦੇ ਆ ਤਾਂ ਇਸੇ ਦੁਆਬੇ ਹਲਕੇ ਦੇ ਵਿੱਚ 2012 ਦੇ ਵਿੱਚ 77% ਦੀ ਜਿਹੜੀ ਵੋਟ ਜਿਹੜੀ ਉਹ ਪੋਲ ਹੁੰਦੀ ਹੈ। ਤੇ ਜੇਕਰ ਗੱਲ ਕੀਤੀ ਜਾਵੇ 2017 ਦੀ ਤਾਂ 2017 ਦੇ ਵਿੱਚ ਜਿਹੜੀ 73% ਦੀ ਜਿਹੜੀ ਵੋਟ ਹੈ ਉਹ ਪੋਲ ਹੁੰਦੀ ਹੈ। ਤਾਂ ਕਿਤੇ ਨਾ ਕਿਤੇ ਡੇ ਬਾਈ ਡੇ ਜੇਕਰ ਗੱਲ ਕੀਤੀ ਜਾਵੇ ਤਾਂ ਵੋਟ ਪੋਲਿੰਗ ਜ਼ਰੂਰ ਘਟਦੀ ਹੋਈ ਦੁਆਬੇ ਦੇ ਵਿੱਚ ਨਜ਼ਰ ਆਈ ਹੈ। ਜਿਸ ਤਰ੍ਹਾਂ ਨਾਲ 77% ਦੀ 2012 ਦੇ ਵਿੱਚ ਸੀ ਤਾਂ 2017 ਵਿੱਚ 73 ਹੋ ਗਈ, ਲਗਭਗ 4% ਦੀ ਜਿਹੜਾ ਘੱਟ ਹੈ ਜਿਹੜੇ ਵੋਟ ਪੋਲਿੰਗ ਹੈ ਜਿਹੜੀ ਦੁਆਬੇ ਦੇ ਵਿੱਚ ਹੁੰਦੀ ਹੈ। ਤੇ ਜੇਕਰ ਗੱਲ ਕੀਤੀ ਹੈ 2017 ਦੇ ਵਿੱਚ 73 ਹੁੰਦੀ ਹੈ ਤੇ ਇਸ ਵਾਰ 67% ਦੀ, ਤਾਂ ਲਗਭਗ 6% ਦਾ ਜਿਹੜਾ ਗਿਰਾਵਟ ਹੈ ਜਿਹੜੀ ਉਹ ਜ਼ਰੂਰ ਦੁਆਬੇ ਦੇ ਵਿੱਚ ਵੇਖਣ ਨੂੰ ਮਿਲੀ ਹੈ। ਤੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਵੱਖ-ਵੱਖ ਲੋਕ ਆਪਣੇ ਆਪਣੇ ਰੁਝਾਨ ਦਿੰਦੇ ਨਜ਼ਰ ਆਏ ਨੇ। ਕਈ ਲੋਕ ਕੋਵਿਡ ਨੂੰ ਦੇਖ ਕੇ ਜੋੜਦੇ ਨੇ, ਕਿਉਂਕਿ ਵੋਟ ਸਮਾਂ ਅਸੀਂ ਕੋਵਿਡ ਨਾਲ ਹੰਢਾਇਆ ਤਾਂ ਕੋਵਿਡ ਦਾ ਮੱਦੇ ਨਜ਼ਰ ਰੱਖਦੇ ਹੋਏ ਜ਼ਰੂਰ ਕਿਤੇ ਵੋਟ ਪੋਲ ਇਸ ਵਾਰੀ ਘੱਟ ਹੁੰਦੀ ਹੋਈ ਵਿਖਾਈ ਦਿੱਤੀ ਹੈ। ਤਾਂ ਦੂਜੇ ਪਾਸੇ ਕਈ ਲੋਕ, ਜਿਸ ਤਰ੍ਹਾਂ ਨਾਲ ਮੇਰੇ ਸਾਥੀ ਦੱਸ ਰਹੇ ਸੀ ਪਰਮਵੀਰ ਔਲਖ, ਤਾਂ ਲੋਕ ਜ਼ਰੂਰ ਸਰਕਾਰਾਂ ਤੋਂ ਉੱਕੇ ਹੋਏ ਨਜ਼ਰ ਆਏ ਸੀ, ਕਿਉਂਕਿ ਵੱਡੇ ਵੱਡੇ ਦਾਅਵੇ ਕਰਕੇ ਜ਼ਰੂਰ ਸੱਤਾ ਦੇ ਵਿੱਚ ਸਰਕਾਰਾਂ ਆਉਂਦੀਆਂ ਨੇ, ਪਰ ਉਹਨਾਂ ਦਾਅਵਿਆਂ ਦੇ ਖੋਖਲੇ ਦਾਅਵਿਆਂ ਨੂੰ ਦੇਖਦੇ ਹੋਏ ਇਸ ਵਾਰ ਵੋਟ ਪੋਲਿੰਗ ਹੈ ਜਿਹੜੀ ਬਹੁਤ ਘੱਟ ਹੋਈ ਹੈ। ਪਰ ਜੇਕਰ ਗੱਲ ਕੀਤੀ ਜਾਵੇ ਇਸ ਦਾ ਫਾਇਦਾ ਜਾਂ ਨੁਕਸਾਨ, ਇਹ ਦੇਖੋ ਨਵਜੋਤ, ਇਹ 10 ਮਾਰਚ ਨੂੰ ਪਤਾ ਲੱਗੇਗਾ ਕਿ ਕਿਸ ਨੂੰ ਇਸ ਘੱਟ ਵੋਟ ਪੋਲਿੰਗ ਦਾ ਜਿਹੜਾ ਫਾਇਦਾ ਜਾਂ ਨੁਕਸਾਨ ਕਿਸ ਨੂੰ ਹੋਵੇਗਾ। ਇਹ 10 ਮਾਰਚ ਠੀਕ ਹੈ, ਸਮਝ ਸਾਡੇ ਨਾਲ ਬਣੇ ਰਹਿਣਾ। 10 ਮਾਰਚ ਨੂੰ ਤਾਂ ਖੈਰ ਕਾਫੀ ਕੁਝ ਪਤਾ ਲੱਗ ਜਾਣਾ, ਪਰ ਉਸ ਤੋਂ ਪਹਿਲਾਂ ਬਹੁਤ ਕੁਝ ਪਤਾ ਲੱਗ ਰਿਹਾ ਹੈ। ਘੱਟ ਪਈ ਵੋਟ ਕਾਫੀ ਕੁਝ ਇਸ਼ਾਰੇ ਕਰ ਰਹੀ ਹੈ। ਔਰ ਗੁਰਪ੍ਰੀਤ ਹੋਰਾਂ ਕੋਲੇ ਮੈਂ ਜਾਣਾ ਚਾਹੂੰਗਾ। ਗੁਰਪ੍ਰੀਤ, ਖਾਸ ਕਰਕੇ ਮਾਲਵੇ ਦੀ ਗੱਲ ਕਰਾਂਗੇ ਤੇ ਓਵਰਆਲ ਸਾਰਾ ਚਾਨਣਾ ਪਾਵਾਂਗੇ। ਜੇਕਰ ਘੱਟ ਪਈ ਵੋਟ, ਇਹਦੇ ਵਿੱਚ ਇਹ ਕੱਲੀ ਚੁਣੌਤੀ ਲੀਡਰਾਂ ਦੇ ਲਈ ਹੋਵੇਗੀ, ਲੀਡਰਾਂ ਦੇ ਦਾਅ ਤੇ ਲੱਗੇ ਹੋਣਗੇ, ਜਾਂ ਪਾਰਟੀਆਂ ਦੇ ਲਈ ਵੀ ਇਹ ਘੱਟ ਪਈ ਵੋਟ ਇੱਕ ਵੱਡੀ ਚੁਣੌਤੀ ਹੋਏਗੀ, ਉਹਨਾਂ ਦੇ ਸਰਵਾਈਵਲ ਦੇ ਲਈ ਵੱਡੀ ਚੁਣੌਤੀ ਹੋਵੇਗੀ? ਦੇਖੋ ਨਵਜੋਤ, ਜਿਵੇਂ ਆਪਾਂ ਪਹਿਲਾਂ ਵੀ ਮੈਂ ਕਹਿ ਰਿਹਾ ਸੀ, ਉਦੋਂ ਆਡੀਓ ਆਵਾਜ਼ ਦੀ ਥੋੜੀ ਦਿੱਕਤ ਆਈ। ਇਹ ਮੈਂ ਕਹਿਣਾ ਚਾਹ ਰਿਹਾ ਸੀ ਕਿ ਇਹਨਾਂ ਟੋਟੈਲਿਟੀ ਆਪਾਂ ਨਾ ਦੇਖੀਏ। ਜਦੋਂ ਆਪਾਂ ਵੋਟ ਪੋਲ ਜਿਹੜੀ ਪਈ ਹੈ 72% ਦੇ ਨੇੜੇ ਤੇੜੇ, ਇਹਨੂੰ ਆਪਾਂ ਟੋਟੈਲਿਟੀ ਚ ਨਹੀਂ ਦੇਖਦੇ, ਇਹਨੂੰ ਆਪਾਂ ਰੀਜਨ ਵਾਈਜ਼ ਚੱਲਦੇ ਆ, ਖੇਤਰ ਵਾਈਜ਼ ਦੇਖਦੇ ਆ। ਜਿਓਗ੍ਰਾਫੀ ਜਿਵੇਂ ਪੰਜਾਬ ਦੀ ਮਾਝਾ, ਮਾਲਵਾ, ਦੁਆਬਾ ਤੇ ਪੁਆਧ, ਉਸ ਹਿਸਾਬ ਨਾਲ ਚੱਲਦੇ ਹੋਏ ਦੇਖਦੇ। ਮਾਲਵਾ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਤਾਂ 80% ਦੇ ਨੇੜੇ ਤੇੜੇ ਵੋਟ ਪੋਲ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਮਾਲਵੇ ਦੇ ਵਿੱਚ ਲੋਕਾਂ ਚ ਉਤਸ਼ਾਹ, ਜਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਮਾਲਵੇ ਨੇ ਚੇਂਜ ਨੂੰ ਲੈ ਕੇ ਵੋਟ ਕੀਤੀ ਹੈ, ਮਾਲਵੇ ਨੇ ਬਦਲਾਅ ਦੇ ਲਈ ਵੋਟ ਕੀਤੀ ਹੈ 80%। ਹੁਣ ਆਪਾਂ ਆਨੇ ਆ ਦੁਆਬਾ ਤੇ। ਦੁਆਬਾ ਦੇ ਵਿੱਚ ਵੋਟਿੰਗ ਹੈ ਜਿਹੜੀ ਉਹ ਬਹੁਤ ਡਿਮ, ਡੱਲ ਜਾਂ ਠੰਡੀ ਤੇ ਮੱਠੀ ਰਹੀ ਹੈ। ਮਤਲਬ ਦੁਆਬਾ ਕਿਤੇ ਨਾ ਕਿਤੇ ਉਸ ਚੇਂਜ ਵਾਲੇ ਵਹਾਅ ਦੇ ਵਿੱਚ ਨਹੀਂ ਹੈਗਾ। ਦੁਆਬਾ ਬੜਾ, ਦੁਆਬੇ ਦਾ ਜਿਹੜਾ ਜੇ ਰਿਐਕਸ਼ਨ ਆਪਾਂ ਦੇਖੀਏ ਇਸ ਪੂਰੇ ਪੋਲਿੰਗ ਪ੍ਰੋਸੈਸ ਨੂੰ, ਤਾਂ ਇਹ ਸਮਝਿਆ ਜਾ ਸਕਦਾ ਕਿ ਦੁਆਬੇ ਦਾ ਜਿਹੜਾ ਰਿਐਕਸ਼ਨ ਸੀਗਾ ਉਹ ਬੜਾ ਠੰਡਾ ਰਿਹਾ। ਉਸ ਤੋਂ ਬਾਅਦ ਚੱਲਦੇ ਆ ਮਾਝੇ ਵੱਲ। ਮਾਝੇ ਦੇ ਵਿੱਚ ਵੀ ਜਿਹੜੀ ਵੋਟਿੰਗ ਹੈ ਦੁਆਬੇ ਨਾਲੋਂ ਜ਼ਿਆਦਾ ਹੋਈ ਹੈ। ਤਾਂ ਮਤਲਬ ਕਿਤੇ ਨਾ ਕਿਤੇ ਮਾਝਾ ਵੀ ਹੈ ਜਿਹੜਾ, ਉਹ ਵੀ ਉਤਸ਼ਾਹ ਮਾਝੇ ਨੇ ਦਿਖਾਇਆ। ਤਾਂ ਹੁਣ ਦੁਆਬੇ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੋਇਆ ਕਿ ਦੁਆਬੇ ਦੇ ਵਿੱਚ ਜਿਹੜੀ ਵੋਟ ਹੈ ਉਹ ਘੱਟ ਪੋਲ ਹੋਈ। ਤਾਂ ਜੇ ਆਪਾਂ ਪੋਲੀਟੀਕਲ ਪੰਡਿਤ ਦੀ ਗੱਲ ਕਰ ਲਈਏ ਜਾਂ ਸਿਆਸੀ ਜਾਣਕਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਹਨਾਂ ਦੀਆਂ ਗੱਲ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਚੰਨੀ ਫੈਕਟਰ ਹੈ ਜਿਹੜਾ ਉਹ ਦੁਆਬੇ 'ਚ ਕੰਮ ਕੀਤਾ ਹੈ। ਦੁਆਬੇ ਦੇ ਵਿੱਚ ਸਭ ਤੋਂ ਜ਼ਿਆਦਾ ਦਲਿਤ ਵੋਟ ਬੈਂਕ ਹੈ। ਮੁੱਖ ਮੰਤਰੀ ਚੰਨੀ ਦਾ ਦਲਿਤ ਹੋਣਾ ਕਿਤੇ ਨਾ ਕਿਤੇ ਉਹ ਦੁਆਬੇ ਦੇ ਵਿੱਚ ਇਫੈਕਟ ਕੀਤਾ। ਦੁਆਬੇ ਦੇ ਵਿੱਚ ਲੋਕਾਂ ਨੇ ਚੰਨੀ ਹੋਣਾ ਨੂੰ ਐਕਸੈਪਟ ਕੀਤਾ, ਇਸ ਕਰਕੇ ਲੋਕੀ ਬਾਹਰ ਨਹੀਂ ਆਏ। ਤਾਂ ਕਰਕੇ ਦੁਆਬੇ ਦੇ ਵਿੱਚ ਵੋਟ ਫੀਸਦ ਘੱਟ ਰਿਹਾ। ਪਰ ਮਾਲਵਾ ਤੇ ਮਾਝਾ, ਖਾਸ ਕਰਕੇ ਮਾਲਵਾ ਦੀ ਗੱਲ ਕਰ ਲਈਏ, ਮਾਲਵੇ 'ਚ 80% ਦੀ ਵੋਟ ਪੋਲ ਹੋਇਆ। ਇਹਦਾ ਮਤਲਬ ਇਹ ਹੈ ਕਿ ਮਾਲਵੇ ਨੇ ਚੇਂਜ ਦੇ ਲਈ ਵੋਟ ਕੀਤੀ। ਸਿੱਧਾ ਮਤਲਬ ਇਹ ਹੈ ਕਿ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਲਈ ਇਹ ਖਤਰੇ ਦੀ ਘੰਟੀ ਹੈ। ਮਾਲਵੇ ਨੇ ਚੇਂਜ ਦੇ ਲਈ ਜਦੋਂ ਵੋਟ ਪੋਲ ਕੀਤਾ ਤਾਂ ਉਹ ਕਿੱਧਰ ਨੂੰ ਕੀਤਾ ਹੈ 10 ਮਾਰਚ ਨੂੰ ਪਤਾ ਲੱਗ ਜੂਗਾ। ਪਰ ਇੰਨਾ ਜ਼ਰੂਰ ਹੋ ਗਿਆ ਕਿ ਮਾਲਵੇ 'ਚ ਚੇਂਜ ਦੇ ਲਈ ਵੋਟ ਪਿਆ। ਦੁਆਬੇ ਨੇ ਕੋਈ ਚੇਂਜ ਨਹੀਂ ਦਿਖਾਈ, ਜਾਂ ਦੁਆਬੇ ਦਾ ਬੜਾ ਡਲ ਰਿਐਕਸ਼ਨ ਰਿਹਾ ਪੋਲੀਟੀਕਲ ਪ੍ਰੋਸੈਸ ਦੇ ਲਈ। ਮਾਝੇ ਦਾ ਵੀ ਥੋੜਾ ਜਿਹਾ ਠੀਕ ਠਾਕ। ਬਿਲਕੁਲ ਗੁਰਪ੍ਰੀਤ, ਆਵਾਂਗੇ ਤੁਹਾਡੇ ਕੋਲੇ। ਇਹ ਸਾਰੇ ਜਿਹੜਾ ਇਸ ਵੇਲੇ ਸਿਨੈਰੀਓ ਬਣ ਰਿਹਾ ਹੈ, ਇਸ ਤੋਂ ਬਾਅਦ ਜਿਹੜੇ ਬਿਆਨ ਆ ਰਹੇ ਆ, ਇਹ ਸਭ ਦੇ ਦਰਮਿਆਨ ਇੱਕ ਚੀਜ਼ ਹੋਰ ਸਮਝਣ ਵਾਲੀ ਹੈ। ਜਿਹੜੀਆਂ ਔਰਤਾਂ ਨੇ, ਸਵਾਣੀਆਂ ਨੇ, ਤ੍ਰੀਨਤਾਂ ਨੇ, ਉਹਨਾਂ ਦੀ ਜਿਹੜੀ ਵੋਟਿੰਗ ਹੈ ਉਹ ਕਿਵੇਂ ਰਹੀ ਹੈ? ਕਿਉਂਕਿ ਔਰਤਾਂ ਦੀ ਵੋਟ ਵੀ ਕਾਫੀ ਆਪਣਾ ਆਧਾਰ ਰੱਖਦੀ ਹੈ। ਗ੍ਰਾਫਿਕਲੀ ਇੱਕ ਵਾਰੀ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ। ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੀ ਹੁਣ
ਅੱਗੇ ਇੱਕ ਕਦਮ ਵਧਾਂਗੇ। ਜਿਹੜੀਆਂ ਔਰਤਾਂ ਨੇ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਨਜ਼ਰਾਂ ਹਰ ਪਾਰਟੀ ਦੀਆਂ ਸਨ ਸੀ, ਉਹਨਾਂ ਨੇ ਲਗਾਤਾਰ ਹਰ ਪਾਰਟੀ ਨੇ ਔਰਤਾਂ ਨੂੰ ਜਿਹੜਾ ਹੈ ਉਹ ਆਪਣੇ ਬੁੱਕਲ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਆਪਣੇ ਜਿਹੜੇ ਵਾਅਦੇ ਸੀ ਉਹਨਾਂ ਦੇ ਜ਼ਰੀਏ ਭਰਮਾਉਣ ਦੀ ਕੋਸ਼ਿਸ਼ ਕੀਤੀ। ਤਾਂ ਇਹਨਾਂ ਦੇ ਉੱਤੇ ਇੱਕ ਵਾਰੀ ਨਜ਼ਰ ਮਾਰਦੇ ਆ, ਜਿਹੜੇ ਇਹਨਾਂ ਦੇ ਵੋਟ ਹੈ ਮਰਦਾਂ ਦੇ ਮੁਕਾਬਲੇ ਉਹ ਕਿਵੇਂ ਦੀ ਰਹੀ ਹੈ। ਜਿਹੜੀ ਔਰਤਾਂ ਦੀ ਵੋਟ ਹੈ ਉਹ ਘਟ ਰਹੀ ਹੈ। 2017 'ਚ ਜਿਹੜਾ ਹੈ ਉਹ 6.29% 17 ਦੇ ਮੁਕਾਬਲੇ 2022 ਦੇ ਵਿੱਚ ਇਹ ਵੋਟ ਘਟ ਰਹੀ ਹੈ। 2017 ਦੇ ਵਿੱਚ ਇਹ ਅੰਕੜਾ 74.3% ਸੀ, ਜਿਹੜਾ ਕਿ 2022 ਦੇ ਵਿੱਚ 66.39% ਰਹਿ ਗਿਆ। ਕਹਿਣ ਤੋਂ ਭਾਵ ਕੁੱਲ ਮਿਲਾ ਕੇ 6.25% ਵੋਟ ਜਿਹੜੀ ਹੈ ਉਹ ਘੱਟ ਪੋਲ ਹੋਈ ਹੈ। ਸੋ ਸਵਾਲ ਇਹ ਪੈਦਾ ਹੁੰਦਾ ਕਿ ਔਰਤਾਂ ਦੇ ਨਾਲ ਇੰਨੇ ਵਾਅਦੇ ਕੀਤੇ ਗਏ, ਮੁxtਲਿਫ ਵਾਅਦਿਆਂ ਦੇ ਵਿੱਚੋਂ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਨੇ ਉਹ ਪਾਰਟੀਆਂ ਦੇ ਵੱਲੋਂ ਰੱਖੀਆਂ ਗਈਆਂ, ਪਰ ਬਾਵਜੂਦ ਉਹਦੇ ਇੰਨੇ ਘੱਟ ਵੋਟਿੰਗ ਹੋਣੀ ਇਹ ਵੀ ਸਵਾਲ ਹੈ। ਸਿਆਸੀ ਦਲਾਂ ਵੱਲੋਂ ਔਰਤਾਂ ਦੇ ਨਾਲ ਕੀਤੇ ਵਾਅਦਿਆਂ 'ਚੋਂ ਕਾਂਗਰਸ ਦੇ ਜੇਕਰ ਚੋਣ ਮਨੋਰਥ ਪੱਤਰ ਦੀ ਗੱਲ ਕੀਤੀ ਉਹਨਾਂ ਦੇ ਵਿੱਚ ਵਾਅਦੇ 1100 ਰੁਪਇਆ ਔਰਤਾਂ ਨੂੰ ਪ੍ਰਤੀ ਮਹੀਨਾ ਔਰ ਸਾਲ ਦੇ 8 ਸਿਲੰਡਰ ਦੇਣ ਦਾ ਵਾਅਦਾ ਹੈ। ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਇਆ ਬੱਝਵਾਂ ਮਹੀਨਾ ਦੇਣ ਦਾ ਵਾਅਦਾ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਨੀਲਾ ਕਾਰਡ ਧਾਰਕਾਂ ਨੂੰ 2000 ਰੁਪਏ ਦੇਣ ਦਾ ਵਾਅਦਾ ਕੀਤਾ। ਕਹਿਣ ਤੋਂ ਭਾਵ ਇੱਕ ਤੋਂ ਵੱਧ ਕੇ ਵਾਅਦੇ ਹੋਏ ਆ। ਔਰ ਸ਼ਗਨ ਸਕੀਮ ਜਿਹੜੀ ਆ ਉਹ ਵਧਾ ਕੇ 75000 ਰੁਪਏ ਕੀਤੀ। ਔਰ ਵੱਡੇ ਵਾਅਦਿਆਂ ਤੇ ਦਾਅਵਿਆਂ ਦੇ ਵਿੱਚ ਔਰਤਾਂ ਦੀ ਵੋਟਿੰਗ ਘਟ ਰਹੀ ਹੈ। ਸੋ ਇਸੇ ਦੇ ਉੱਤੇ ਗੁਰਪ੍ਰੀਤ ਮੈਂ ਚਰਚਾ ਨੂੰ ਸ਼ੁਰੂ ਕਰੂੰਗਾ। ਸਾਡੇ ਨਾਲ ਲਗਾਤਾਰ ਪਰਮ ਤੇ ਸੰਮਤ ਵੀ ਬਣੇ ਹੋਏ ਆ। ਗੁਰਪ੍ਰੀਤ, ਇੰਨੇ ਵਾਅਦੇ ਕੀਤੇ ਗਏ, ਜਦੋਂ ਕਿਸੇ ਨਾਲ ਕਿਸੇ ਤਬਕੇ ਨਾਲ ਵਾਅਦੇ ਹੁੰਦੇ ਆ ਉਹ ਹਮੇਸ਼ਾ ਵੱਧ ਚੜ ਕੇ ਉਹਨਾਂ ਦੇ ਵੱਲ ਆਕਰਸ਼ਿਤ ਹੋ ਕੇ ਭੱਜਦਾ ਤੁਰਿਆ ਜਾਂਦਾ ਹੈ। ਜਾਂ ਤਾਂ ਇੱਕ ਹੋ ਸਕਦਾ ਹੈ ਕਿ 2017 ਦੇ ਜਿਹੜੇ ਵਾਅਦੇ ਸੀਗੇ ਜਿਹੜੇ ਲਗਭਗ ਪੂਰੇ ਨਹੀਂ ਹੋਏ, ਲੋਕਾਂ ਨੇ ਇਹ ਸਮਝ ਲਿਆ, ਔਰਤਾਂ ਨੇ ਖਾਸ ਕਰਕੇ, ਕਿ ਸਿਰਫ ਭਰਮਾਉਣ ਲਈ ਹੁੰਦੇ ਆ, ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਡੇਰਾਵਾਦ ਜਾਂ ਕੋਈ ਹੋਰ ਕਿਸੇ ਤਰੀਕੇ ਦਾ ਫੈਕਟਰ ਕੰਮ ਕੀਤਾ। ਦੇਖੋ, ਫੈਕਟਰਸ ਨਵਜੋਤ ਬਹੁਤ ਸਾਰੇ ਇਲੈਕਸ਼ਨ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਮਲਟੀ ਫੈਕਟਰ ਕੰਮ ਕਰਦੇ ਆ। ਇੱਕ ਫੈਕਟਰ ਦੇ ਨਾਲ ਆਪਾਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਜੇ ਕੋਈ ਆਊਟਕਮ ਆਈ ਹੈ ਤਾਂ ਇੱਕ ਫੈਕਟਰ ਦੇ ਕਰਕੇ ਆਈ ਹੈ। ਮਲਟੀ ਡਾਈਮੈਂਸ਼ਨਲ ਚੀਜ਼ਾਂ ਹੁੰਦੀਆਂ ਨੇ ਇਲੈਕਸ਼ਨ ਦੇ ਵਿੱਚ ਖਾਸ ਕਰਕੇ। ਪਰ ਜੇ ਇਹ ਸਮਝਣਾ ਹੋਏ ਕਿ ਔਰਤਾਂ ਨੇ ਘੱਟ ਵੋਟ ਕਿਉਂ ਕੀਤੀ ਹੈ, ਬਾਵਜੂਦ ਇਸ ਦੇ, ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਸੀ, ਬਾਵਜੂਦ ਇਸ ਦੇ ਕਿ ਹਰੇਕ ਪਾਰਟੀ ਨੇ ਵੱਧ ਚੜ ਕੇ ਐਲਾਨ ਕੀਤੇ ਔਰਤਾਂ ਦੇ ਲਈ। ਕੋਈ 1000 ਰੁਪਇਆ ਦੇ ਰਿਹਾ ਸੀ, ਕੋਈ 2000 ਦੇ ਰਿਹਾ ਸੀ, ਕੋਈ 8 ਸਿਲੰਡਰ ਦੇ ਰਿਹਾ ਸੀ ਘਰ ਦੇ, ਕੋਈ ਸਕੂਟੀ ਦੇ ਰਿਹਾ ਸੀ ਨਵੀਂ, ਕੋਈ ਕੰਪਿਊਟਰ ਦੇ ਰਿਹਾ ਸੀ, ਫੇਰ ਵੀ ਔਰਤਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ, ਇਹਨਾਂ ਵਾਅਦਿਆਂ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਦਿਖਿਆ ਤੇ ਉਹ ਬਾਹਰ ਨਹੀਂ ਨਿਕਲੀਆਂ। ਉਹਦੇ ਪਿੱਛੇ ਇੱਕ ਕਾਰਨ ਤਾਂ ਦੇਖੋ, ਸਭ ਤੋਂ ਵੱਡੀ ਜਿਹੜੀ ਗੱਲ ਹੈ ਜੋ ਮੈਨੂੰ ਇਹ ਸਮਝ ਆਉਂਦਾ ਹੈ ਕਿ ਕਿਤੇ ਨਾ ਕਿਤੇ ਅੱਧੀ ਆਬਾਦੀ ਨੂੰ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਮਾਨਤਾ ਨਹੀਂ ਦੇ ਰਹੀਆਂ। ਜੇ ਅੱਜ ਵੀ ਦੇਖੀਏ ਤਾਂ ਕਿੰਨੀਆਂ ਜਿਹੜੀਆਂ ਇਸ ਪੂਰੇ ਇਲੈਕਸ਼ਨ, ਪੰਜਾਬ ਦੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿੰਨੀਆਂ ਔਰਤਾਂ ਨੂੰ ਜਿਹੜੀ ਹੈ ਨੋਮੀਨੇਸ਼ਨ ਦਿੱਤੀ ਗਈ। ਬੇਸ਼ੱਕ ਕਾਂਗਰਸ ਉੱਤਰ ਪ੍ਰਦੇਸ਼ ਦੇ ਵਿੱਚ ਕਹਿੰਦੀ ਹੈ ਕਿ ਲੜਕੀ ਹੁਣ ਲੜ ਸਕਦੀ, ਪਰ ਇੱਥੇ ਆ ਕੇ ਕੀ ਹੋ ਜਾਂਦਾ, ਲੜਕੀ ਹੁਣ ਲੜ ਸਕਦੀ ਵਾਲੇ ਨਾਰੇ ਨੂੰ ਪੰਜਾਬ ਦੇ ਵਿੱਚ ਆ ਕੇ ਕੀ ਹੋ ਜਾਂਦਾ ਹੈ। ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਲਾ ਲਈਏ ਆਪਾਂ, ਕਿਸੇ ਵੀ ਪਾਰਟੀ ਨੇ ਜਿਹੜੀ ਰੈਪਰੈਜ਼ੈਂਟੇਸ਼ਨ ਅੱਧੀ ਆਬਾਦੀ ਨੂੰ ਮਿਲਣੀ ਚਾਹੀਦੀ ਆ ਉਹ ਨਹੀਂ ਮਿਲੀ। ਇੱਕ ਪਹਿਲੀ ਗੱਲ। ਦੂਜੀ ਗੱਲ, ਜਿਵੇਂ ਤੁਸੀਂ ਕਿਹਾ ਡੇਰਾ ਫੈਕਟਰ, ਉਹ ਵੀ ਕਿਤੇ ਨਾ ਕਿਤੇ ਕੰਮ ਹੋ ਸਕਦਾ। ਪਰ ਮੈਨੂੰ ਜੋ ਇਹ ਲੱਗਦਾ ਹੈ ਕਿ ਜਿਹੜੇ ਵਾਅਦੇ ਸਾਰੀਆਂ ਪਾਰਟੀਆਂ ਕਰ ਰਹੀਆਂ ਸੀ ਗਲੇ ਤੋਂ ਨਹੀਂ ਉਤਰੇ, ਉਹਨੂੰ ਲੈ ਕੇ ਕੋਈ ਉਤਸ਼ਾਹ ਹੈ ਜਿਹੜਾ ਔਰਤਾਂ ਨੇ ਨਹੀਂ ਦਿਖਾਇਆ। ਬੇਸ਼ੱਕ 1000 2000 ਸਕੂਟੀਆਂ ਵੰਡਣ ਦੀ ਗੱਲ, ਸਿਲੰਡਰ ਦੇਣ ਦੀ ਗੱਲ, ਕੋਈ ਇਸ ਤਰ੍ਹਾਂ ਦਾ ਜਿਹੜਾ ਇਸ ਵਾਅਦੇ ਤੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਤੇ ਔਰਤਾਂ ਜਾਂ ਜਿਹੜਾ ਮਹਿਲਾ ਵਰਗ ਹੈ ਉਹ ਨਹੀਂ ਭਰਮਾਇਆ ਜਾ ਸਕਿਆ। ਤੇ ਉਹਨਾਂ ਨੇ ਬੜਾ ਇੱਕ ਜਿਹੜਾ ਆਪਣਾ ਫਲੈਟ ਜਿਹਾ ਬਿਲਕੁਲ ਇਹ ਗੱਲ ਜ਼ਰੂਰ ਕਿਤੇ ਨਾ ਕਿਤੇ ਰਹੀ ਹੋਗੀ, ਕਿਉਂਕਿ ਜਿਹੜੇ 2017 ਦੇ ਜੇਕਰ ਅਸੀਂ ਵਾਅਦਿਆਂ ਦੀ ਗੱਲ ਕਰਦੇ ਹਾਂ ਉਹ 'ਚ ਕਿਹਾ ਜਾਂਦਾ ਸੀ ਸਕੂਟੀ ਵੀ ਦਿਆਂਗੇ, ਮੋਟਰਸਾਈਕਲ ਦਿਆਂਗੇ, ਤੜਾਗੀ ਵੀ ਨਾਲ ਗੱਡੀ ਲੈ ਕੇ ਜਾਇਆ ਕਰਾਂਗੇ ਬੰਨਣ ਦੇ ਲਈ। ਅਜਿਹੇ ਕਈ ਕੀਤੇ ਸੀ, ਸ਼ਾਇਦ ਉਹ ਪੂਰੇ ਨਹੀਂ ਹੋਏ। ਉਹਨਾਂ 'ਚ ਇੱਕ ਕਾਰਨ ਇਹ ਵੀ ਹੋ ਸਕਦਾ ਔਰਤਾਂ ਨੂੰ ਲੱਗਿਆ ਕਿ ਇਹ ਸਾਰੇ ਗਪੌੜ ਸੰਖ ਹੈ, ਸੋ ਆਪਾਂ ਇਹਨਾਂ ਦੇ ਤੋਂ ਦੂਰ ਹੀ ਰਹੀ। ਆਪਾਂ ਪੰਜਾਬ ਦੇ ਵਿੱਚ ਘੱਟ ਹੋਈ ਵੋਟਿੰਗ ਕਿਸ ਵੱਲ ਇਸ਼ਾਰੇ ਕਰ ਰਹੀ ਹੈ, ਮੀਟਰ ਕਿਹਦੇ ਲਈ ਉੱਠੇਗਾ, ਕਿਹਦੇ ਲਈ ਗਿਰੇਗਾ? ਸੋ ਇਹ ਕਈ ਸਵਾਲ ਬਹੁਤ ਵੱਡੇ ਨੇ, ਪਰ
ਇਸ ਸਭ ਦੇ ਦਰਮਿਆਨ ਜੇਕਰ ਅਸੀਂ ਮੋਟੇ ਜਾਂ ਤੌਰ ਦੇ ਉੱਤੇ ਨਜ਼ਰ ਮਾਰਦੇ ਹਾਂ, ਪੰਜਾਬ ਨੂੰ 3 ਖੇਤਰਾਂ ਦੇ ਵਿੱਚ ਵੰਡ ਕੇ ਮਾਝੇ, ਮਾਲਵੇ, ਦੁਆਬੇ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਮਾਲਵੇ 'ਚ ਵੋਟ ਸਭ ਤੋਂ ਵੱਧ ਹੋਈ ਹੈ। ਭਾਵਾਂ ਦੀ ਪਿਛਲੀ ਵਾਰ ਦੇ ਮੁਕਾਬਲੇ 2017 ਦੇ ਮੁਕਾਬਲੇ ਘੱਟ ਹੋਈ ਹੈ, ਪਰ ਇਸ ਵਾਰ ਦੇ ਮੁਕਾਬਲੇ ਵੱਧ ਹੋਈ ਹੈ। ਸੋ ਮਾਲਵਾ ਡਿਸਾਈਡਿੰਗ ਫੈਕਟਰ ਦੇ ਤੌਰ ਦੇ ਉੱਤੇ ਸਰਕਾਰਾਂ ਦੇ ਲਈ ਰਹਿੰਦਾ ਹੈ। ਮਾਲਵੇ ਦੇ ਵਿੱਚ ਦੁਆਬੇ ਤੇ ਮਾਝੇ ਤੋਂ ਵੱਧ ਹੋਈ ਵੋਟਿੰਗ ਨਾਲ ਫਾਇਦਾ ਕਿਸ ਨੂੰ ਤੇ ਨੁਕਸਾਨ ਕਿਸ ਨੂੰ ਹੋਵੇਗਾ, ਇਹ ਇਸ਼ਾਰਾ ਕੀ ਕਰ ਰਿਹਾ ਹੈ? ਵੋਟਿੰਗ ਦੇ ਜ਼ਰੀਏ ਮਾਲਵਾ ਕੀ ਕਹਿਣਾ ਚਾਹੁੰਦਾ ਹੈ, ਕਿਹਦੀ ਬੇੜੀ ਵੱਟੇ ਪਾਊਗਾ ਤੇ ਕਿਹਦੀ ਬੰਨੇ ਲਾਊਗਾ, ਇਹ ਸਵਾਲ ਹੈ। ਮਾਝੇ ਦੁਆਬੇ ਦੇ ਮੁਕਾਬਲੇ ਮਾਲਵੇ ਦੇ ਵਿੱਚ ਵੋਟਿੰਗ ਵੱਧ ਹੋਈ ਹੈ। ਸੋ ਵੱਧ ਵੋਟਿੰਗ ਜਿਹੜੀ ਹੈ ਉਹ ਕਿਸੇ ਦੇ ਪ੍ਰਭਾਵ 'ਚ ਹੋਈ ਹੈ ਜਾਂ ਚੇਂਜ ਲਈ ਹੋਈ ਹੈ ਜਾਂ ਫਿਰ ਆਏ ਐਲਾਨਾਂ ਤੇ ਅੰਦਰੋਂ ਅੰਦਰੀ ਹੋਈ ਖਬਰਾਂ ਦੇ ਮੁਤਾਬਿਕ ਹੋਈ ਹੈ। ਡੇਰੇ ਦੀ ਵੋਟਾਂ ਦੇ ਨਾਲ ਕਿਸ ਨੂੰ ਫਾਇਦਾ ਹੋਵੇਗਾ ਤੇ ਵੱਡੇ ਤੌਰ ਦੇ ਉੱਤੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਨੁਕਸਾਨ ਕਿਸ ਨੂੰ ਹੋਵੇਗਾ। ਮਾਲਵੇ 'ਚ ਆਪ ਦੀ ਪਕੜ ਕੀ ਮਜ਼ਬੂਤ ਹੈ, ਕਿਉਂਕਿ ਵੱਡੇ ਦਾਅਵੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾਂਦੇ ਆ। ਜੇ ਪਕੜ ਮਜ਼ਬੂਤ ਹੈ ਕਿ ਉਹ ਵੋਟ ਦੇ ਰੂਪ ਦੇ ਵਿੱਚ ਭੁਗਤੇਗੀ ਔਰ ਬੰਪਰ ਵੋਟਿੰਗ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਵੇਗਾ। ਔਰ ਗੱਲ ਜੇਕਰ ਭਦੌੜ ਤੇ ਚਮਕੌਰ ਸਾਹਿਬ ਦੀ ਕਰਦੇ, ਹਾਲਾਂਕਿ ਭਦੌੜ ਮਾਲਵੇ 'ਚ ਪੈਂਦਾ ਪਰ ਜਗ੍ਰਾਫਿਕਲੀ ਜਿਹੜਾ ਚਮਕੌਰ ਸਾਹਿਬ ਹੈ ਉਹ ਪੁਆਧ ਦਾ ਖੇਤਰ ਹੈ। ਚਮਕੌਰ ਸਾਹਿਬ ਤੇ ਭਦੌੜ ਦੇ ਵਿੱਚ ਚਰਨਜੀਤ ਚੰਨੀ ਕੀ ਕਾਂਗਰਸ ਦੇ ਲਈ ਹੁਕਮ ਦਾ ਯੱਕਾ ਸਾਬਤ ਹੋਣਗੇ? ਬੰਪਰ ਵੋਟਿੰਗ ਦੇ ਨਾਲ ਕਾਂਗਰਸ ਨੂੰ ਨੁਕਸਾਨ ਜਾਂ ਫਾਇਦਾ, ਇਹ ਵੀ ਜ਼ਰੂਰੀ ਹੈ। ਔਰ ਮਾਝੇ ਦੀ ਜੇਕਰ ਗੱਲ ਕਰਦੇ ਹਾਂ, ਵੋਟਿੰਗ ਦੇ ਜ਼ਰੀਏ ਮਾਝਾ ਕੀ ਇਸ਼ਾਰੇ ਕਰ ਰਿਹਾ? ਮਾਝੇ 2017 ਦੇ ਮੁਕਾਬਲੇ ਵੋਟਿੰਗ ਘੱਟ ਹੋਈ ਹੈ ਔਰ 2017 ਦੇ ਵਿੱਚ ਅੰਮ੍ਰਿਤਸਰ 'ਚ ਕਾਂਗਰਸ ਨੇ ਹੁੰਜਾ ਫੇਰ ਜਿੱਤ ਹਾਸਲ ਕੀਤੀ ਸੀ। ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਜੁਆਇਨ ਕੀਤੀ ਸੀ। ਜਿੱਤ ਦਾ ਸਿਰ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਦੇ ਸਿਰ ਵੱਜਿਆ ਸੀ। 2022 'ਚ ਅੰਮ੍ਰਿਤਸਰ ਦੀ ਵੋਟ ਘਟ ਰਹੀ ਹੈ। ਇਹ ਹੁਣ ਇਸ਼ਾਰਾ ਕੀ ਕਰ ਰਹੀ ਹੈ? ਇਹ ਕਿਹਦੇ ਕਰਕੇ ਹੋਈ ਹੈ? ਜ਼ੁਬਾਨ ਕਰਕੇ ਹੋਈ ਹੈ, ਬਦਜ਼ੁਬਾਨੀ ਕਰਕੇ ਹੋਈ ਹੈ, ਇਸ਼ਾਰਿਆਂ ਕਰਕੇ ਹੋਈ ਹੈ ਜਾਂ ਕਿਹਦੇ ਕਰਕੇ ਹੋਈ ਹੈ? ਅੰਮ੍ਰਿਤਸਰ ਦੇ ਐਮਪੀ ਗੁਰਜੀਤ ਔਜਲਾ ਦਾ ਸਿੱਧੂ ਤੇ ਵੱਡਾ ਬਿਆਨ ਹੈ ਕਿ ਭੱਦੀ ਸ਼ਬਦਾਵਲੀ ਤੇ ਹਲਕੇ ਦੇ ਲੋਕਾਂ ਤੇ ਨਾਰਾਜ਼ਗੀ ਦਾ ਖਮਿਆਜ਼ਾ ਭੁਗਤਣਗੇ। ਔਜਲਾ ਦੇ ਬਿਆਨ ਦੀ ਰਾਜਕੁਮਾਰ ਵੇਰਕਾ ਨੇ ਵੀ ਹਮਾਇਤ ਕੀਤੀ ਹੈ। ਖਡੂਰ ਸਾਹਿਬ ਦੇ ਐਮਪੀ ਜਸਬੀਰ ਡਿੰਪਾ ਦੇ ਬਿਆਨ ਦੇ ਕੀ ਮਾਇਨੇ, ਇਹ ਵੀ ਅਸੀਂ ਜ਼ਰੂਰ ਸਮਝਾਂਗੇ। डेवलपमेंट हुई है कि रात सच्चा सौदा अड्डिया मैसेज कर देते हैं कि वो अकाली दल ਨੂੰ ਵੋਟ ਪਾਉਣਗੇ ਤੇ ਭਗਵੰਤ ਮਾਨ ਨੂੰ ਵੀ ਉਹਨਾਂ ਨੇ ਜਿਤਾਉਣ ਵਾਸਤੇ ਵੋਟਾਂ ਪਾਉਣੀਆਂ। ਇਹ ਸੱਚਾ ਸੌਦਾ ਦੀ ਅੱਜ ਭਗਵੰਤ ਮਾਨ ਦੀ ਤੇ ਅਕਾਲੀ ਦਲ ਦੀ ਜਿਹੜੀ ਮਿਲੀ ਭੁਗਤ ਹੈ ਬੀਜੇਪੀ ਦੇ ਨਾਲ, ਇਹ ਮੈਨੂੰ ਸਮਝ ਨਹੀਂ ਅਜੇ ਤੱਕ ਆ ਰਹੀ। ਵੇਖ ਕੇ ਲੱਗਿਆ ਇਹ ਜ਼ਰੂਰ ਹੈ ਚਾਰੇ ਪਾਸੇ ਤੋਂ ਸੁਨੇਹਾ ਆ ਗਿਆ ਕਿ सच्चा सौदा दे अकाली दल वास्ते, बीजेपी से भगवंत मान वास्ते सुनेहा। ये तो अब देखो नतीजा तो बंद हो चुका है और देखिए अब क्या होता है, ये तो अब पता चलेगा। क्योंकि लोगों में सिद्धू साहब की भी बहुत नाराज़गी थी, मिले नहीं, गए नहीं 5 साल, क्योंकि एक नेशनल लीडर होने की वजह से कम टाइम दे पाए। तो एक जो उनका बोलने का तरीका था वो भी लोग नापसंद करते थे। उनका तरीकाकार एक दिन का तो है नहीं, शुरू से ही वो ऐसे ही चलते हैं। तू नहीं बोलना, तुसी बोलो, ये जो तू तड़ाक वाली भाषा है, ये कहीं ना कहीं लोगों के मन में तो असर होता ही है इस बात का। बहुत लोग उनको देखते हैं, फॉलो करते हैं, लेकिन जब उनके मुंह से कुछ ऐसे शब्द निकलते हैं जो लोगों के लिए, जो चाहे कुछ भी हो, अपोजिशन पार्टी कितनी भी हो, आप तरीके के साथ उनको विरोध कर सकते हैं, लेकिन भाषा का मर्यादा जो होना है वो एक बड़े लीडर के जुबान पे जरूर सही होना चाहिए। क्योंकि उसको उसने स्टेट को लीड करना है, उसने कंट्री को लीड करना है, तो उसकी भाषा की मर्यादा जो है, शब्दकोश की मर्यादा का सही इस्तेमाल होना चाहिए, ये बहुत ज़रूरी है। मेनली गल है कि परसनल तो मैं महसूस करता है कि आपसी प्यार ना ही रहना चाहिए और पार्टी दी नीतियां और परसनल थोड़ा करैक्टर वो लोगों के सामने आ जाता है। क्योंकि जिस बंदे ने दे बारे जानना होवे ना पूरा, उन्होंने इलैक्शन से खड़िया कर दो, वो पोतरे फोड़ के रख देंगे लोग, सारे प्यो दादे तक दस देंगे आ, वो कर्म वो की किया उन्हें, ये सारिया चीज़ां सामने आ जांदियां। और मैं महसूस ये करता है कि किसी नूं भी तलखी दे विच, चाहे कोई भी सियासी पार्टी का आदमी होवे, उन्हें एक दूसरे तलखी दे नाल नहीं आना चाहिए। ये प्यार का इलैक्शन है, डेमोक्रेसी का इलैक्शन है, लोकतंत्र का इलैक्शन है। लोग अपने लोकतंत्र हितां का इस्तेमाल करते हैं तो उन्हां लोकां नूं उत्साहित करना चाहिए तो आपसी कड़तन नहीं रखनी चाहिए। सो इन्हां बयानों तो बाद जाप रहा है
ਕਿ ਕਾਂਗਰਸ ਤੂੰ ਮੈਂ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਨੁਕਸਾਨ ਹੁੰਦਾ ਵੇਖ ਰਹੀ ਹੈ। ਸਾਡੇ ਪੱਤਰਕਾਰ ਲਗਾਤਾਰ ਗਰਾਊਂਡ ਜ਼ੀਰੋ ਤੋਂ ਬਣੇ ਹੋਏ ਆ ਤੇ ਉਹਨਾਂ ਦਾ ਰੁਖ ਕਰਾਂਗੇ। ਮੈਂ ਪਹਿਲਾਂ ਜ਼ਿਕਰ ਮਾਝੇ ਦਾ ਹੀ ਕਰੂੰਗਾ। ਲਗਾਤਾਰ ਗੱਲ ਨਵਜੋਤ ਸਿੱਧੂ ਦੀ ਹੋ ਰਹੀ ਹੈ। ਪਰਮ, ਜਿਹੜੇ ਬਿਆਨ ਨੇ, ਕੀ ਇਹ ਬਿਆਨ ਦਾ ਮਤਲਬ ਇਹ ਸਮਝੀਏ ਕਿ ਹੁਣ ਗੱਲ ਇੱਕ ਦੂਸਰੇ ਦੇ ਉੱਤੇ ਪਾਈ ਜਾ ਰਹੀ ਹੈ, ਦੂਸਰੇ ਦੇ ਸਿਰ ਭਾਂਡਾ ਭੰਨਣ ਦੀ ਕੋਸ਼ਿਸ਼ ਹੋ ਰਹੀ ਹੈ? ਤੇ ਨਵਜੋਤ ਸਿੱਧੂ ਦੀ ਬਿਆਨ ਦਾ ਹੁਣ ਜ਼ਿਕਰ ਹੋ ਰਿਹਾ ਹੈ, ਉਹਨਾਂ ਦੀ ਬੋਲਬਾਣੀ ਦਾ ਹੁਣ ਜ਼ਿਕਰ ਹੋ ਰਿਹਾ ਹੈ, ਵੋਟਾਂ ਤੋਂ ਪਹਿਲਾਂ ਕਿਉਂ ਨਹੀਂ ਜ਼ਿਕਰ ਹੋਇਆ? ਬਿਲਕੁਲ ਨਵਜੋਤ, ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਬੋਲਬਾਣੀ ਤੇ ਭੱਦੀ ਸ਼ਬਦਾਵਲੀ ਦੀ ਜੇਕਰ ਤੁਸੀਂ ਗੱਲ ਕਰਦੇ ਹੋ ਜਾਂ ਅਸੀਂ ਗੱਲ ਕਰ ਰਹੇ ਹਾਂ ਵੋਟਾਂ ਵਾਲੇ ਦਿਨ ਦੀ, ਵੋਟਾਂ ਵਾਲੇ ਦਿਨ ਵੀ ਕਿਤੇ ਨਾ ਕਿਤੇ ਪੱਤਰਕਾਰਾਂ ਦੇ ਨਾਲ ਜਿਹੜੀ ਹੈ ਭੱਦੀ ਸ਼ਬਦਾਵਲੀ, ਇਹ ਤਾਂ ਲੀਡਰ ਇਲਜ਼ਾਮ ਲਗਾ ਰਹੇ ਨੇ। ਤੁਸੀਂ ਦੇਖਿਆ ਕਿ ਜਿਵੇਂ ਗੁਰਜੀਤ ਔਜਲਾ ਨੇ ਇਲਜ਼ਾਮ ਲਗਾਇਆ ਕਿ ਭੱਦੀ ਸ਼ਬਦਾਵਲੀ ਕਾਰਨ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ, ਇਹੋ ਜਿਹੀਆਂ ਉਹਨਾਂ ਨੇ ਗੱਲਾਂ ਕੀਤੀਆਂ। ਪਰ ਜੇਕਰ ਅਸੀਂ ਪੱਤਰਕਾਰਾਂ ਦੀ ਗੱਲ ਕਰੀਏ ਤਾਂ ਪੱਤਰਕਾਰਾਂ ਦੇ ਨਾਲ ਵੀ ਉਹਨਾਂ ਦੀ ਬੋਲੀ ਕੋਈ ਚੰਗੀ ਨਹੀਂ ਹੈ, ਕਿਉਂਕਿ ਪੱਤਰਕਾਰਾਂ ਨੂੰ ਵੀ ਕਈ ਵਾਰ ਜਿਹੜਾ ਹੈ ਤੂੰ ਤੜਾਕ ਕਰਕੇ ਬੋਲਣਾ ਜਾਂ ਉਹਨਾਂ ਨੂੰ ਪਰਾਂ ਹਟਣ ਬਾਰੇ ਕਹਿਣਾ ਜਾਂ ਕੋਈ ਹੋਰ ਗੱਲਾਂ ਮੈਂ ਜਿਹੜੀਆਂ ਟੀਵੀ ਦੇ ਉੱਤੇ ਨਹੀਂ ਕਹਿ ਸਕਦਾ ਉਹ ਚੀਜ਼ਾਂ ਬੋਲਣੀਆਂ, ਉਹ ਕਿਤੇ ਨਾ ਕਿਤੇ ਉਹ ਫੈਕਟਰ ਜਿਹੜਾ ਇੱਕ ਸੈਲੈਬ੍ਰਿਟੀ ਫੇਸ ਦਾ, ਉਹ ਕਿਤੇ ਨਾ ਕਿਤੇ ਜਿਹੜਾ ਹੈ ਮਾੜਾ ਹੁੰਦਾ ਜਾ ਰਿਹਾ ਹੈ। ਕਿਉਂਕਿ ਜੇਕਰ ਅਸੀਂ ਗੱਲ ਕਰੀਏ ਵੋਟਾਂ ਵਾਲੇ ਦਿਨ ਦੀ, ਜਿਸ ਦਿਨ ਨਵਜੋਤ 5 ਸਕਿੰਟ ਦੀ ਉਹ ਵੀਡੀਓ ਜਿਹੜੀ ਸੀਗੀ ਸਾਹਮਣੇ ਆਈ ਸੀਗੀ, ਮੈਂ ਵੀ ਉੱਥੇ ਮੌਕੇ ਤੇ ਮੌਜੂਦ ਸੀਗਾ, ਜਦੋਂ ਵਿਕਰਮ ਜੀਠੀਆ ਤੇ ਨਵਜੋਤ ਸਿੰਘ ਸਿੱਧੂ ਦਾ ਆਪਸੀ ਮੇਲ ਹੁੰਦਾ ਹੈ, ਆਮੋ ਸਾਹਮਣੇ ਹੁੰਦੇ ਨੇ ਤਾਂ ਹਾਲ ਚਾਲ ਪੁੱਛੇ ਜਾਂਦੇ ਨੇ, ਫਿਰ ਅੰਦਰ ਜਾਂਦੇ ਨੇ। ਇੱਕ ਪੱਤਰਕਾਰ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਅੱਜ ਆਮੋ ਸਾਹਮਣਾ ਹੋ ਗਿਆ ਤੁਹਾਡਾ, ਨਵਜੋਤ ਸਿੱਧੂ ਅੱਗੋਂ ਕੀ ਕਹਿੰਦੇ ਨੇ ਉਹ ਤੁਸੀਂ ਸੁਣਿਆ, ਅਸੀਂ ਸੁਣਿਆ, ਸਾਰੇ ਲੋਕਾਂ ਨੇ ਸੁਣਿਆ। ਲੰਡੂ ਕਿਹਾ ਉਹਨਾਂ ਨੂੰ, ਵਿਕਰਮ ਜੀਠੀਆ ਨੂੰ, ਨਾਲ ਪੱਤਰਕਾਰ ਨੂੰ ਵੀ ਕਿਹਾ ਕਿ ਪਰਾਂ ਹਟ ਇੱਥੋਂ। ਸੋ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ, ਇੱਕ ਸਟਾਰ ਪ੍ਰਚਾਰਕ ਹੋਣ, ਇੱਕ ਸੈਲੈਬ੍ਰਿਟੀ ਫੇਸ ਹੋਣ, ਜਿਹਨੂੰ ਲੋਕ ਫੋਲੋ ਕਰਦੇ ਹੋਣ, ਜਿਨ੍ਹਾਂ ਦਾ ਰੁਤਬਾ ਇੰਨਾ ਵੱਡਾ ਹੋਵੇ ਕਿ ਪੰਜਾਬ ਕਾਂਗਰਸ ਦੇ ਉਹ ਪ੍ਰਧਾਨ ਹੋਣ, ਸੋ ਕਿਤੇ ਨਾ ਕਿਤੇ ਉਸ ਦਾ ਫੈਕਟਰ ਜਿਹੜਾ ਹੈ ਉਹਨਾਂ ਦੇ ਚੋਣ ਵਿਧਾਨ ਸਭਾ ਜਿਹੜੀ ਚੋਣ ਹੋਈ ਹੈ ਪੂਰਬੀ ਦੇ ਵਿੱਚ, ਕਈ ਲੋਕ ਨਿਰਾਸ਼ ਦਿਸੇ ਨੇ। ਤੁਸੀਂ ਉਹਨਾਂ ਦੇ ਆਪ ਦੇ ਉਹਨਾਂ ਦੇ ਮਿੱਤਰ ਦੇਖੇ ਨੇ ਜਿਹੜੇ ਉਹਨਾਂ ਦੇ ਹਮਸਾਥੀ ਨੇ, ਗੁਰਜੀਤ ਔਜਲਾ। ਹਾਲਾਂਕਿ ਕਈ ਲੋਕ ਜਿਹੜੇ ਨੇ ਪਰਦੇ ਤੋਂ ਪਿੱਛੇ ਵੀ ਉਹਨਾਂ ਦੀ ਇਹੀ ਗੱਲ ਤੋਂ ਨਾਰਾਜ਼ ਨੇ ਕਿ ਇਮਾਨਦਾਰ ਨੇ, ਮੰਨ ਲਿਆ ਕਿ ਇਮਾਨਦਾਰ ਨੇ, ਨਹੀਂ ਕੋਈ ਅਕਸ ਪੂਰਾ ਸਾਫ਼ ਹੈ, ਨਹੀਂ ਕੋਈ ਉਹਨਾਂ ਤੇ ਇਲਜ਼ਾਮ, ਪਰ ਇਹ ਨਹੀਂ ਕਿ ਉਹ ਭੱਦੀ ਸ਼ਬਦਾਵਲੀ ਲੋਕਾਂ ਦੇ ਨਾਲ ਬੋਲਣ, ਪੱਤਰਕਾਰਾਂ ਦੇ ਨਾਲ ਬੋਲਣ, ਲੀਡਰਾਂ ਦੇ ਨਾਲ ਬੋਲਣ। ਸਾਰੇ ਦੇ ਸਾਰੇ ਹੀ ਉਹਨਾਂ ਤੋਂ ਇਸੇ ਗੱਲ ਤੋਂ ਦੁਖੀ ਨੇ। ਸੋ ਇਸ ਕਰਕੇ ਜੇਕਰ ਅਸੀਂ ਸਵੇਰ ਦੀ, ਮੈਂ ਥੋੜੀ ਗੱਲ ਤੁਹਾਨੂੰ ਸ਼ੇਅਰ ਕਰਦਾ, ਅੱਧਾ ਸਕਿੰਟ ਮੈਨੂੰ ਜ਼ਰੂਰ ਦਿਓ ਕਿ ਉਹਨਾਂ ਦੇ ਸਿਆਸੀ ਜਿਹੜੇ ਮੀਡੀਆ ਸਲਾਹਕਾਰ ਨੇ, ਡੱਲਾ, ਸੁਰਿੰਦਰ ਡੱਲਾ ਹੋਰਾਂ ਨੂੰ ਇੱਥੋਂ ਫੋਨ ਜਾਂਦਾ ਆਪਣੇ ਚੈਨਲ ਤੋਂ, ਉਹ ਕਹਿੰਦੇ ਨੇ ਕਿ ਮੀਡੀਆ ਵਿਕਿਆ ਹੋਇਆ ਤਾਂ ਕਰਕੇ ਨਵਜੋਤ ਸਿੱਧੂ ਫਰਸਟ੍ਰੇਟ ਨੇ, ਤੁਸੀਂ ਉਹਨਾਂ ਦੀਆਂ ਖਬਰਾਂ ਲਾਉਂਦੇ ਹੋ। ਉਹਨਾਂ ਨੂੰ ਇਹੀ ਸਵਾਲ ਕੀਤਾ ਜਾਂਦਾ ਹੈ ਕਿ ਪਾਕਿਸਤਾਨ 'ਚ ਇਮਰਾਨ ਖਾਨ ਨੂੰ ਭਰਾ ਕਹਿਣਾ, ਯਾਰ ਮੇਰਾ ਇਮਰਾਨ ਖਾਨ ਭਰਾ ਹੈ। ਸੋ ਇਹ ਕੋਈ ਪੱਤਰਕਾਰ ਨਹੀਂ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਇਹ ਗੱਲ ਕਹੋ, ਇਹ ਉਹ ਆਪਣੀ ਮਰਜ਼ੀ ਦੇ ਨਾਲ ਕਹਿ ਰਹੇ ਨੇ। ਜੇਕਰ ਉਸ ਦੀ ਖਬਰ ਛਪਦੀ ਹੈ ਤਾਂ ਇਹ ਪੱਤਰਕਾਰਾਂ ਨੂੰ ਵਿਕਾਊ ਦੱਸਿਆ ਜਾਂਦਾ। ਸੋ ਇਹੋ ਜਿਹੇ ਹਾਲਾਤ ਬਣ ਚੁੱਕੇ ਨੇ ਨਵਜੋਤ, ਕਿ ਜੇਕਰ ਅਸੀਂ ਪੱਤਰਕਾਰੀ ਕਰਦੇ ਹਾਂ, ਨਾਪਾਕ ਪੱਤਰਕਾਰੀ ਕਰਦੇ ਹਾਂ ਤੇ ਨਰੋਲ ਤੇ ਸੁਡੋਲ ਕਰਦੇ ਹਾਂ ਤਾਂ ਸਾਡੇ ਤੇ ਇਲਜ਼ਾਮ ਜਿਹੜੇ ਨੇ ਅਜਿਹੇ ਲਗਾਏ ਜਾਂਦੇ ਨੇ। ਜੀ ਨਵਜੋਤ। ਚਲੋ ਠੀਕ ਹੈ ਪਰਮ, ਜਾਣਕਾਰੀ ਸਾਂਝੀ ਪਾਉਣ ਲਈ ਤੁਹਾਡਾ ਸ਼ੁਕਰੀਆ। ਗੁਰਪ੍ਰੀਤ, ਜੇਕਰ ਸੰਖੇਪ ਰੂਪ ਦੇ ਵਿੱਚ ਜਾਣਿਆ ਜਾਈਏ, ਸਮਝੀਏ, ਇਹ ਜਿਹੜੀ ਹੁਣ 17 ਦੇ ਮੁਕਾਬਲੇ ਘੱਟ ਹੋਈ VOTING, ਮਾਲਵੇ ਦੇ ਵਿੱਚ ਵੱਧ ਹੋਈ ਬਾਕੀ ਰੀਜਨ ਦੇ ਮੁਕਾਬਲੇ VOTING, ਇਹ ਇਸ਼ਾਰਾ ਕੀ ਕਰ ਰਹੀ ਹੈ? ਕੀ ਇਹ ਵੱਡੇ ਚੇਂਜ ਵੱਲ ਇਸ਼ਾਰਾ ਕਰ ਰਹੀ ਹੈ ਜਾਂ ਫਿਰ ਪਰਦੇ ਦੇ ਪਿੱਛੇ ਜਿਹੜੀ ਹਿਡਨ ਇੱਕ ਪਿਕਚਰ ਤਿਆਰ ਕੀਤੀ ਜਾ ਰਹੀ ਹੈ, ਜਿਹੜਾ ਇੱਕ ਅਲਾਈਅੰਸ ਦੀ ਗੱਲ ਹੋ ਰਹੀ ਹੈ, ਉਹ ਸਭ ਕੁਝ ਦੇ ਮੁਕਾਬਲੇ ਸੰਖੇਪ ਦੇ ਵਿੱਚ ਇੱਕ ਵਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਇਓ ਕਿ ਕੀ ਸਭ ਕੁਝ ਚੱਲ ਰਿਹਾ, ਪੱਕ ਰਿਹਾ? ਜੋ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਜੋ ਮੈਨੂੰ ਸਮਝ ਆ ਰਿਹਾ ਹੈ, ਮੈਂ ਸਮਝ ਰਿਹਾ ਇਸ ਚੀਜ਼ ਨੂੰ, ਪਹਿਲਾਂ ਤਾਂ ਤਿੰਨਾਂ ਨੂੰ ਐਗਰੀਗੇਟ ਕਰਕੇ ਦੇਖ ਰਹੇ ਹਾਂ ਕਿ ਮਾਝਾ, ਮਾਲਵਾ ਤੇ ਦੁਆਬਾ ਨੂੰ ਅਲੱਗ-ਅਲੱਗ ਦੇਖੋ। ਪਰ ਦੁਆਬਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਦੁਆਬਾ ਦੇ ਵਿੱਚ ਉਤਸ਼ਾਹ ਨਹੀਂ ਦਿਖਿਆ VOTING ਨੂੰ ਲੈ ਕੇ, VOTING ਘਟ ਰਹੀ ਹੈ। ਦੁਆਬਾ ਦੇ ਵਿੱਚ ਸਭ ਤੋਂ ਜ਼ਿਆਦਾ ਦਲਿਤ ਆਬਾਦੀ ਹੈ ਪੰਜਾਬ ਦੀ, ਪੰਜਾਬ ਦੇ ਮੁੱਖ ਮੰਤਰੀ ਦਲਿਤ ਨੇ, ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਦੁਆਬਾ ਹੈ, ਦੁਆਬੇ ਦੇ ਵਿੱਚ ਚੰਨੀ ਦਾ ਅਸਰ ਰਿਹਾ ਹੈ। ਚੰਨੀ ਫੈਕਟਰ ਨੇ ਦੁਆਬੇ 'ਚ ਕੰਮ ਕੀਤਾ, ਜੋ VOTING ਦਾ ਜੇ ਆਪਾਂ ਸਮਝ, VOTING ਦਾ ਮੂਡ ਸਮਝ ਲਈਏ ਤਾਂ ਜੋ ਕੁਝ ਆਊਟਕਮਸ ਨੇ ਜਾਂ ਜਿਹੜੇ ਕੁਝ ਟੇਕਸ ਨੇ ਜੋ ਸਮਝ ਆ ਰਹੇ ਹੈ, ਉਹ ਇਹੀ ਹੈ ਕਿ ਚੰਨੀ ਦੀ ਫੈਕਟਰ ਦੁਆਬੇ 'ਚ ਕੰਮ ਕੀਤਾ, ਪਰ ਮਾਝੇ ਤੇ ਮਾਲਵੇ ਦੇ ਵਿੱਚ ਚੰਨੀ ਫੈਕਟਰ ਕੰਮ ਨਹੀਂ ਕੀਤਾ। ਮਾਲਵੇ ਦੇ ਵਿੱਚ ਪਿਛਲੇ ਵਾਰ ਦੇ ਨਾਲ ਬੇਸ਼ੱਕ VOTING ਘੱਟ ਹੋਈ ਹੈ, ਪਰ 80% ਦੀ VOTING ਬਹੁਤ ਹੁੰਦੀ ਹੈ ਨਾ ਜੀ।
ਸਿਰਫ 20% ਲੋਕਾਂ ਨੇ ਵੋਟ ਨਹੀਂ ਪਾਈ, 80% ਲੋਕਾਂ ਨੇ ਵੋਟ ਪਾਈ। ਇਹਨੂੰ ਬੰਪਰ ਵੋਟਿੰਗ ਕਹਿ ਸਕਦੇ ਹੋ ਤੁਸੀਂ। ਮਾਲਵੇ 'ਚ ਬੰਪਰ ਵੋਟਿੰਗ ਹੋਈ ਹੈ, ਔਰ ਜਦੋਂ ਬੰਪਰ ਵੋਟਿੰਗ ਹੁੰਦੀ ਹੈ ਤਾਂ ਇਹ ਅਕਸਰ ਇਸਟੈਬਲਿਸ਼ਮੈਂਟ ਦੇ ਖਿਲਾਫ ਹੁੰਦੀ ਹੈ। ਇਹ ਅਕਸਰ ਜਿਹੜੀ ਸਥਾਪਿਤ ਧਿਰ ਹੈ ਉਹਦੇ ਖਿਲਾਫ ਹੁੰਦੀ ਹੈ। ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਸਥਾਪਿਤ ਧਿਰ ਦੇ ਖਿਲਾਫ ਤਾਂ ਹੋਈ ਵੋਟਿੰਗ, ਪਰ ਇਹ ਕਿਹਦੇ ਲਈ ਜਾ ਰਹੀ ਹੈ? ਇਹ ਅਕਾਲੀ ਦਲ ਨੂੰ ਜਾ ਰਹੀ ਹੈ, ਬੀਜੇਪੀ ਨੂੰ ਜਾ ਰਹੀ ਹੈ, ਜਾਂ ਆਮ ਆਦਮੀ ਪਾਰਟੀ ਨੂੰ ਜਾ ਰਹੀ ਹੈ? ਇੱਕ ਜ਼ਰੂਰ ਹੈ ਕਿ ਡੇਰਾ ਫੈਕਟਰ ਨੇ ਕੰਮ ਕੀਤਾ। ਡੇਰਾ ਫੈਕਟਰ ਅਕਾਲੀ ਦਲ ਨੂੰ ਥੋੜੀ ਬਹੁਤ ਵੋਟ ਪਵਾ ਗਿਆ ਹੋਏਗਾ, ਬੀਜੇਪੀ ਨੂੰ ਪਵਾ ਗਿਆ ਹੋਏਗਾ, ਪਰ ਕੁੱਲ ਮਿਲਾ ਕੇ ਜੇ ਇਸ ਤਰੀਕੇ ਨਾਲ ਵੋਟਿੰਗ ਹੋਈ ਹੈ, ਜਿਵੇਂ ਸਵੇਰੇ ਉਸ ਦਿਨ ਲਾਈਨਾਂ ਦੇ ਵਿੱਚ ਜੋ ਦੇਖਿਆ ਗਿਆ ਸੀ, ਪੰਜਾਬ ਦੇ ਕਈ ਪਿੰਡਾਂ ਦੀ ਇਹ ਤਸਵੀਰ ਸੀ। ਲੋਕ ਜੋ ਪਗੜੀ ਭਗਵੰਤ ਮਾਨ ਬੰਨ੍ਹਦੇ ਨੇ ਉਸ ਤਰ੍ਹਾਂ ਦੇ ਪਰਨੇ ਬੰਨ੍ਹ ਕੇ ਲੋਕ ਬੜੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਸੀ। ਸੋ ਕਿਤੇ ਨਾ ਕਿਤੇ ਜਿਹੜੀ ਬਿਲਕੁਲ ਗੱਡੀਆਂ ਦੇ ਉੱਤੇ ਕਈ ਤਰ੍ਹਾਂ ਦੇ ਪੋਸਟਰ ਵੀ ਲਵਾ ਕੇ ਲੋਕ ਜਿਹੜੇ ਉੱਥੇ ਪਹੁੰਚੇ ਸੀਗੇ। ਔਰ ਸੰਮਤ ਇੱਕ ਵਾਰੀ ਦੁਆਬੇ ਦੀ ਗੱਲ ਕਰਨਾ ਚਾਹੂੰਗਾ। ਦੁਆਬੇ ਦੇ ਵਿੱਚ ਸਭ ਤੋਂ ਵੱਧ ਜੇਕਰ ਅਸੀਂ ਓਵਰਆਲ ਪੰਜਾਬ ਦੀ ਗੱਲ ਕਰਦੇ ਹਾਂ ਵੋਟ ਫੀਸਦ ਦੇ ਹਿਸਾਬ ਨਾਲ, ਦਲਿਤ ਵੋਟ ਬੈਂਕ ਦੁਆਬੇ ਖੇਤਰ ਦੇ ਵਿੱਚੋਂ ਆਉਂਦਾ। ਦੁਆਬਾ ਕਿਹਦੇ ਲਈ ਰਾਹਤ ਸਾਬਤ ਹੋ ਸਕਦਾ ਹੈ? ਅਕਾਲੀ ਦਲ ਨਾਲ ਨਵੇਂ ਗੱਠਜੋੜ ਬੀਐਸਪੀ ਦੇ ਰੂਪ ਦੇ ਵਿੱਚ ਅਕਾਲੀ ਦਲ ਨੂੰ ਹੋ ਸਕਦਾ ਹੈ, ਜਾਂ ਫਿਰ ਭਦੌੜ ਜਾਣ ਤੋਂ ਬਾਅਦ ਜਾਂ ਚੰਨੀ ਹੋਰਾਂ ਦਾ ਖੁੱਲ੍ਹ ਕੇ ਸਾਹਮਣੇ ਆਉਣ ਦਾ ਸੀਐਮ ਫੇਸ ਬਣਾਉਣ ਤੋਂ ਬਾਅਦ ਕਾਂਗਰਸ ਨੂੰ ਫਾਇਦਾ ਹੋ ਸਕਦਾ ਹੈ? ਨਵਜੋਤ, ਜੇਕਰ ਗੱਲ ਦੁਆਬੇ ਦੀ ਕਰ ਲਿੱਤੀ ਜਾਵੇ ਤਾਂ ਮੇਰੇ ਸਹਿਯੋਗੀ ਗੁਰਪ੍ਰੀਤ ਨੇ ਆਲਰੇਡੀ ਦੱਸਿਆ ਸੀਗਾ ਕਿ ਦੁਆਬਾ ਜਿਹੜਾ ਕਿਤੇ ਨਾ ਕਿਤੇ ਚੰਨੀ ਪੱਖੀ ਜ਼ਰੂਰ ਰਿਹਾ, ਕਿਉਂਕਿ ਬਹੁਤ ਵੱਡਾ ਜਿਹੜਾ ਵੋਟ ਬੈਂਕ ਆ ਉਹ ਦਲਿਤ ਵੋਟ ਬੈਂਕ ਦੁਆਬੇ ਨੂੰ ਮੰਨਿਆ ਜਾਂਦਾ ਹੈ। ਹਮੇਸ਼ਾ ਹੀ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਦਾ ਆ, ਪਰ ਇਸ ਵਾਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਰੂਰ ਚੰਨੀ ਦੇ ਜਿਸ ਤਰ੍ਹਾਂ ਨਾਲ ਕੰਮ ਕਰਨ ਦਾ ਢੰਗ ਰਿਹਾ ਤਾਂ ਲੋਕਾਂ ਨੇ ਜ਼ਰੂਰ ਕਿਤੇ ਨਾ ਕਿਤੇ ਉਸ ਨੂੰ ਅਪਣਾਇਆ ਹੈ। ਤਾਂ ਜ਼ਰੂਰ ਕਿਤੇ ਨਾ ਕਿਤੇ ਇਸ ਵਾਰ ਦੁਆਬਾ ਜਿਹੜਾ ਉਹ ਕਾਂਗਰਸ ਨੂੰ ਅਪ ਕਰਨ ਦੇ ਵਿੱਚ ਰਹੇਗਾ। ਪਰ ਇਹ ਰੁਝਾਨ ਕੀ ਕਹਿਣ ਵਾਲੇ ਨੇ, ਇਹ ਜੋ ਐਗਜ਼ੈਕਟ ਕਿਸ ਨੂੰ ਅਪ ਕਰੇਗਾ ਜਾਂ ਕਿਸ ਨੂੰ ਡਾਊਨ ਕਰੇਗਾ, ਇਹ 10 ਮਾਰਚ ਨੂੰ ਪਤਾ ਲੱਗੇਗਾ। ਪਰ ਫਿਲਹਾਲ ਦੀ ਜੋ ਸਥਿਤੀ, ਜੋ ਸਿਆਸੀ ਪੰਡਤ ਕਹਿ ਰਹੇ ਨੇ, ਉਹ ਇਹੀ ਗੱਲ ਕਹਿ ਰਹੇ ਨੇ ਕਿ ਦੁਆਬਾ ਇਸ ਵਾਰੀ ਜ਼ਰੂਰ ਕਾਂਗਰਸ ਨੂੰ ਹਾਈ ਕਰੇਗਾ, ਕਿਉਂਕਿ ਇਸ ਵਾਰ ਚਰਨਜੀਤ ਸਿੰਘ ਚੰਨੀ 111 ਦਿਨ ਦੀ ਜਿਹੜੀ ਸਰਕਾਰ ਦਾ ਕੰਮ ਹੈ ਜਿਹੜਾ ਉਹ ਦੁਆਬੇ ਨੂੰ ਜ਼ਰੂਰ ਪਸੰਦ ਆਇਆ ਹੈ। ਨਵਜੋਤ, ਜੇਕਰ ਤੁਸੀਂ ਡੇਰਾਵਾਦ ਦੀ ਗੱਲ ਕਰ ਰਹੇ ਸੀ ਤਾਂ ਡੇਰਾ ਦਾ ਫੈਕਟ ਜਿਹੜਾ ਜ਼ਰੂਰ ਮਾਲਵੇ ਦੇ ਵਿੱਚ ਕੁਝ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ, ਪਰ ਦੁਆਬੇ ਦੇ ਵਿੱਚ ਕਿਹੜਾ ਜੇਕਰ ਗੱਲ ਕੀਤੀ ਜਾਵੇ ਡੇਰਾ ਫੈਕਟ ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਘੱਟ ਵੇਖਣ ਨੂੰ ਮਿਲ ਸਕਦਾ ਹੈ। ਜੀ ਠੀਕ ਹੈ ਸੰਮਤ, ਜਾਣਕਾਰੀ ਦੀ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ। ਔਰ ਜਿੰਨੇ ਸਾਡੇ ਪੱਤਰਕਾਰ ਗੁਰਪ੍ਰੀਤ, ਪਰਮਵੀਰ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸੋ 10 ਤਰੀਕ ਨੂੰ ਇਸ ਤਸਵੀਰ ਜਿਹੜੀ ਆ ਉਹ ਸਾਫ਼ ਹੋ ਜਾਏਗੀ, ਲੋਕਾਂ ਦਾ ਫਤਵਾ ਕਿਸ ਦੇ ਨਾਮ ਰਿਹਾ। ਇਸ